ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਜ਼ਦੂਰ ਅੰਦੋਲਨ ਅਤੇ ਸਿਆਸਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਮੌਜੂਦਾ ਸਮੇਂ ਪੰਜਾਬ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਦਲਿਤਾਂ ਦੇ ਆਲੇ ਦੁਆਲੀਆਂ ਹੋਈ ਪਈਆਂ ਨੇ ਤੇ ਕੋਈ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਰਿਹਾ ਤੇ ਕੋਈ ਉਪ ਮੁੱਖ ਮੰਤਰੀ ਦਾ ਐਲਾਨ ਕਰ ਰਿਹਾ। ਪਰ ਅਸੀਂ ਜਾਣਨਾ ਚਾਹਾਂਗੇ, ਸਿਆਸੀ ਧਿਰਾਂ ਦਲਿਤਾਂ ਦੇ ਨਾਂ 'ਤੇ ਜਿਹੜਾ ਹੈਗਾ ਵੋਟਾਂ ਬਟੋਰਨ ਲਈ ਦਾਅਵੇ ਤਾਂ ਵੱਡੇ ਵੱਡੇ ਕਰ ਰਹੀਆਂ ਨੇ, ਐਲਾਨ ਵੱਡੇ ਵੱਡੇ ਕਰ ਰਹੀਆਂ ਨੇ, ਪਰ ਮੌਜੂਦਾ ਸਮੇਂ ਦਲਿਤਾਂ ਦੀ ਅਸਲ ਸਥਿਤੀ ਕਿਹੋ ਜਿਹੀ ਹੈ? ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਸ਼ੁਰੂ ਤੋਂ ਲੈ ਕੇ ਨਾਰਮਲੀ ਇਹ ਮੰਨਿਆ ਜਾਂਦਾ ਕਿ ਗਰੀਬ ਤਬਕਾ ਸਾਰਾ ਵੋਟ ਬੈਂਕ ਦੇ ਤੌਰ 'ਤੇ ਕਦੇ ਕੁਛ ਕਹਿ ਦਿਓ ਕਦੇ ਕੁਛ ਕਹਿ ਦਿਓ। ਹੁਣ ਥੋੜ੍ਹਾ ਜਿਹਾ ਕਿਉਂਕਿ ਕਿਸਾਨ ਅੰਦੋਲਨ ਵੱਧ ਜਾਣ ਦੇ ਕਾਰਨ ਨਾਰਮਲੀ ਪਾਰਟੀਆਂ ਨੂੰ ਪੰਜਾਬ 'ਚ ਇਹ ਲੱਗਣ ਲੱਗ ਗਿਆ ਵੀ ਕਿਸਾਨੀ ਤਾਂ ਸ਼ਾਇਦ ਹੁਣ ਬਸ 'ਚ ਆਉਣਾ ਸੰਭਵ ਨਹੀਂ ਹੈ, ਕਿਉਂਕਿ ਉਹਨਾਂ ਦਾ ਅੰਦੋਲਨ ਵੱਡਾ ਹੋ ਗਿਆ। ਹੁਣ ਦਲਿਤ ਦੇ ਨਾਂ 'ਤੇ ਉਹਨਾਂ ਨੂੰ ਇੱਕ ਸੰਕੇਤਕ ਤੌਰ 'ਤੇ ਵਰਤਣ ਦੇ ਨਾਂ 'ਤੇ ਇਹ ਕਹਿ ਦਿਓ ਵੀ ਤੁਹਾਡਾ ਅਸੀਂ ਚੀਫ ਮਿਨਿਸਟਰ ਬਣਾ ਦਿੰਦੇ ਹਾਂ, ਤੁਹਾਡਾ ਅਸੀਂ ਇਹ ਸਿੰਬਲ ਨੇ, ਇਹ ਸੰਕੇਤ ਨੇ। ਹਾਲਾਂਕਿ ਕੋਈ ਵੀ ਇਹ ਨਹੀਂ ਕਹਿੰਦਾ ਕਿ ਤੁਹਾਡੀ ਹਿੱਸੇਦਾਰੀ ਕਿਵੇਂ ਵਧਾ ਦਿੰਦੇ ਹਾਂ ਅਸੀਂ ਫੈਸਲੇ ਕਰਨ 'ਚ ਜਾਂ ਬਾਕੀ 'ਚ ਜਾਂ ਓਵਰਆਲ ਜਿਹੜੀਆਂ ਚੀਜ਼ਾਂ ਨੇ। ਪਰ ਹਾਲਤ ਇਹ ਹੈ ਕਿ ਲੰਮੇ ਸਮੇਂ ਤੋਂ ਪਿਛਲੇ ਸਾਲਾਂ 'ਚ ਅਤੇ ਜੇ 97 ਤੋਂ ਬਾਅਦ ਕਿਸਾਨ ਖੁਦਕੁਸ਼ੀ ਕਰ ਰਿਹਾ ਤਾਂ ਦਲਿਤਾਂ ਦੀ ਆਬਾਦੀ ਦੇ ਅਨੁਪਾਤ 'ਚ ਦਲਿਤ ਵੀ ਓਨਾ ਹੀ ਕਰ ਰਹੇ ਨੇ ਕਿ ਮਜ਼ਦੂਰ, ਮਤਲਬ ਦਲਿਤ ਦਾ ਮਤਲਬ ਜਿਹੜਾ ਜ਼ਿਆਦਾਤਰ ਮਜ਼ਦੂਰ ਨੇ, ਖੇਤ ਮਜ਼ਦੂਰ ਜਾਂ ਪੇਂਡੂ ਮਜ਼ਦੂਰ, ਉਹ ਕਿਉਂਕਿ ਉਸ ਭਾਈਚਾਰੇ 'ਚੋਂ ਹੀ ਜ਼ਿਆਦਾ ਆਉਂਦੇ ਨੇ, ਇਸ ਕਰਕੇ ਉਹਦਾ ਨਾਂ ਉਸ ਲਈ ਲਿਆ ਜਾਂਦਾ। ਔਰ ਜਿਹੜਾ ਯੂਨੀਵਰਸਿਟੀਆਂ ਦਾ ਸਰਵੇ ਵੀ ਸੀ, 3 ਯੂਨੀਵਰਸਿਟੀਆਂ ਦਾ 2000 ਤੋਂ 15-16 ਤੱਕ ਅਤੇ ਕੁਝ ਨੇ 17 ਤੱਕ ਵੀ ਬਾਅਦ ਦੇ ਵਿੱਚ ਕੀਤਾ, ਉਹ ਬਿਲਕੁਲ ਹੀ ਜਿੰਨੀ ਜਨਸੰਖਿਆ ਦੇ ਲਿਹਾਜ਼ ਜਿੰਨੀ ਮਤਲਬ ਜਿੰਨਾ ਕਿਰਤੀ ਵਰਗ ਖੇਤੀ ਦੇ ਵਿੱਚ ਨਿਰਭਰ ਹੈ, ਇਹਦੇ ਲਿਹਾਜ਼ ਦੇ ਨਾਲ ਬਰਾਬਰ ਖੁਦਕਸ਼ੀਆਂ ਬਣਦੀਆਂ ਨੇ ਮਤਲਬ ਮਜ਼ਦੂਰ ਪਰਿਵਾਰ ਤੇ ਉਹਨਾਂ ਦੀਆਂ। ਬਲਕਿ ਜਿਹੜੀ ਕਮੇਟੀ ਤੇ ਬਾਕੀ ਸਿਸਟਮ ਬਣਾਏ ਨੇ ਸਰਕਾਰ ਨੇ, ਉਹਦੇ ਜਿਹੜੀਆਂ ਸ਼ਰਤਾਂ ਲਾਈਆਂ ਨੇ, ਉਹਦੇ 'ਚ ਕਿਸਾਨੀ ਧਿਰਾਂ ਨੂੰ ਤਾਂ ਫਿਰ ਵੀ ਕੁਛ ਹੱਦ ਤੱਕ ਕੁਛ ਗਰੁੱਪਾਂ ਨੂੰ ਉਹ ਮਿਲੇ ਨੇ ਕੰਪਨੀ ਦੇ 2 ਲੱਖ ਰੁਪਇਆ 3 ਲੱਖ, ਜਿਹੜੇ ਮਜ਼ਦੂਰ ਪਰਿਵਾਰ ਨੇ ਉਹਨਾਂ ਨੂੰ ਤਾਂ ਮਿਲਦੇ ਹੀ ਨਹੀਂ। ਪਹਿਲਾਂ ਤਾਂ ਤੁਸੀਂ ਕਹਿਤਾ ਉਹਦੀ FIR ਕਰਾਓ, ਫਿਰ ਤੁਸੀਂ ਕਹਿਤਾ ਉਹਦਾ ਪੋਸਟਮਾਰਟਮ ਕਰਾਓ। ਅੱਧੀਆਂ ਤਾਂ ਇਹ ਚੀਜ਼ਾਂ ਹੀ ਉਹਨਾਂ ਦੇ ਦਾਇਰੇ 'ਚ ਨਹੀਂ ਹੁੰਦੀਆਂ, ਪਤਾ ਨਹੀਂ ਹੁੰਦਾ ਬਹੁਤ ਚੀਜ਼ਾਂ ਦਾ, ਬਾਕੀ ਕਿਵੇਂ ਕਰਾਉਣ ਉਸ ਲੈਵਲ ਦਾ ਅਸਰ ਸੁੱਖ ਨਹੀਂ ਹੁੰਦਾ। ਪੰਚਾਇਤਾਂ ਵੀ ਉਹਨਾਂ ਨਾਲ ਉਸ ਰੂਪ 'ਚ ਨਹੀਂ ਖੜ੍ਹਦੀਆਂ ਕਈ ਵਾਰ। ਫਿਰ ਉਦੋਂ ਬਾਅਦ ਹੁੰਦਾ ਕਿ ਤੁਸੀਂ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਅਰਜੀ ਲਿਖਣੀ ਹੈ, ਉਹ ਨਹੀਂ। ਫਿਰ ਤੁਸੀਂ ਕਹਿੰਦੇ ਹੋ ਕਰਜ਼ਾ ਸਾਬਤ ਕਰੋ, ਉਹ ਤਾਂ ਕਰਜ਼ਾ ਹੀ ਪ੍ਰਾਈਵੇਟਲੀ ਲੈਂਦਾ ਜਾਂ ਜਿਹਦੇ ਨਾਲ ਸੀਰੀ ਪਾਲੀ ਰਲੇ ਉਹਨਾਂ ਤੋਂ ਲੈਂਦਾ, ਜਾਂ ਬਾਕੀ ਕਿਤੇ ਸੰਸਥਾਗਤ ਕਰਜ਼ਾ ਹੁੰਦਾ ਹੀ ਨਹੀਂ ਹੈ, ਉਹ ਕਿਵੇਂ ਸਾਬਤ ਕਰੇ। ਬਹੁ ਗਿਣਤੀ ਕੇਸ ਜਿਹੜੇ ਰਿਜੈਕਟ ਹੋ ਰਹੇ ਨੇ, ਉਹਦੇ 'ਚ ਵੱਡੀ ਮਾਤਰਾ ਹੈ ਉਹ ਸਾਰੇ ਖੇਤ ਮਜ਼ਦੂਰ ਪਰਿਵਾਰ ਨੇ। ਤਾਂ ਤੁਸੀਂ ਕਿਵੇਂ ਉਹਨਾਂ ਪ੍ਰਤੀ ਸੰਵੇਦਨਸ਼ੀਲ ਹੋ, ਉਹ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ। ਅਗਲੀ ਗੱਲ ਇਹ ਹੈ ਕਿ ਜਿਹੜੇ ਸਵਾਲ ਬਾਕੀ ਨੇ, ਹੁਣ ਸਪੋਜ਼ ਕਰੋ ਮਨਰੇਗਾ ਸਕੀਮ ਹੈ, ਇਹ ਸਕੀਮ ਨਹੀਂ ਐਕਟ ਹੈ, ਬਲਕਿ 100 ਦਿਨ ਦੀ ਤੁਹਾਨੂੰ ਰੁਜ਼ਗਾਰ ਦੀ ਗਰੰਟੀ ਹੈ। ਹਾਲਾਂਕਿ ਉੱਥੇ ਘੱਟੋ ਘੱਟ ਜਿਹੜਾ ਉਜਰਤ ਕਾਨੂੰਨ ਆ ਉਹਦੇ ਮੁਤਾਬਕ ਦਿਹਾੜੀ ਵੀ ਨਹੀਂ ਦਿੱਤੀ ਜਾਂਦੀ, ਘੱਟ ਦਿੰਦੇ। ਪਰ ਫਿਰ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਇੰਨੇ ਹੀ ਚਿੰਤਤ ਹੋ ਦਲਿਤਾਂ ਲਈ, ਉਹਨਾਂ ਦੀ ਆਮਦਨ ਵਧਾਉਣ ਦੇ ਵਾਸਤੇ, ਉਹਨੂੰ ਤਾਂ ਕਾਨੂੰਨ ਮੁਤਾਬਕ ਲਾਗੂ ਕਰੋ। ਉਹਨਾਂ ਨੂੰ ਤੁਸੀਂ ਜਿਵੇਂ ਤਰਸ ਦੇ ਪਾਤਰ ਬਣਾ ਕੇ, ਜਿਵੇਂ ਖੈਰਾਤ ਤੁਸੀਂ ਆਪਣੀ ਜੇਬ 'ਚੋਂ ਦੇਣੀ ਹੁੰਦੀ ਹੈ, ਐਂ ਪੇਸ਼ ਕੀਤਾ ਜਾ ਰਿਹਾ ਹੈ ਅਫਸਰਾਂ ਵੱਲੋਂ। ਅਤੇ ਈਵਨ ਬਹੁਤੇ ਪੰਚਾਇਤਾਂ ਦੇ ਜਿਹੜੇ ਉਹ ਨੇ, ਕਿਉਂਕਿ ਪੰਚਾਇਤਾਂ ਸਾਡੇ ਪਿੰਡਾਂ ਦੇ ਵਿੱਚ ਅਜੇ ਪਿੰਡਾਂ ਦੀਆਂ ਨਹੀਂ ਬਣਨ ਲੱਗੀਆਂ, ਧੜਿਆਂ ਦੀਆਂ ਪੰਚਾਇਤਾਂ ਨੇ। ਨਾਰਮਲੀ ਸੱਤਾਧਾਰੀ ਧਿਰ ਦੀ ਚੱਲਦੀ ਆ ਉਹਨਾਂ ਦੇ ਵਿੱਚ ਜ਼ਿਆਦਾ, ਉਹ ਕੋਈ ਐ ਨਹੀਂ ਕਿ ਲੋਕਾਂ ਦੇ ਉਸ ਪੱਧਰ ਦੇ ਉੱਤੇ ਹੁੰਦੀ ਹੈ। ਉਹ ਬਹੁਤ ਵੱਡਾ ਖੱਪਾ ਸਾਡੇ ਸਾਹਮਣੇ ਦਿਖਾਈ ਦਿੰਦਾ। ਅਤੇ ਇਦੋਂ ਪਹਿਲਾਂ ਵੀ ਮੰਨ ਲਓ ਜਦੋਂ ਕਰਜ਼ਾ ਮਾਫੀ ਦਾ ਸਵਾਲ ਆਉਂਦਾ, 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਨਾਊਂਸ ਕੀਤਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਜਦੋਂ ਸਰਕਾਰ ਬਣੀ, ਵਿਧਾਨ ਸਭਾ 'ਚ ਆਇਆ ਤਾਂ ਇੱਕ ਰੌਲਾ ਪਿਆ ਬਹੁਤ ਵੱਡੇ ਪੱਧਰ 'ਤੇ ਵੀ ਖੇਤੀ ਘਾਟੇ ਜਾਣ ਕਰਕੇ ਕਿਸਾਨ ਕਰਜ਼ਾਈ ਹੈ ਅਤੇ ਉਹ ਖੁਦਕੁਸ਼ੀ ਕਰ ਰਿਹਾ। ਤਾਂ ਜਿਹੜੇ ਮਜ਼ਦੂਰ ਪਰਿਵਾਰ ਨੇ ਉਹ ਵੀ ਤਾਂ ਖੇਤੀ 'ਤੇ ਨਿਰਭਰ ਨੇ, ਉਹਨਾਂ ਦੀ ਤਾਂ ਹੋਰ ਆਮਦਨ ਘੱਟ ਆ, ਉਹ ਜ਼ਿਆਦਾ ਹਾਸ਼ੀਏ 'ਤੇ ਨੇ, ਅਤੇ ਉਹਨਾਂ ਦੀ ਇਹ ਕਰਜ਼ਾ ਕੌਣ ਮਾਫ ਕਰੂਗਾ? ਤਾਂ ਚੀਫ ਮਿਨਿਸਟਰ ਨੇ ਕਿਹਾ ਸੀ ਇੱਕ ਵਾਰੀ ਕਿ ਸਾਡੇ ਕੋਲ ਮਤਲਬ ਅੰਕੜਾ ਨਹੀਂ ਹੈ, ਅੰਕੜਾ ਇਸ ਰੂਪ ਦੇ ਵਿੱਚ ਵੀ ਨਹੀਂ ਹੈ ਕਿ ਸਾਡਾ ਕਰਜ਼ਾ ਕਿੰਨਾ, ਅੰਕੜਾ ਇਸ ਰੂਪ 'ਚ ਵੀ ਨਹੀਂ ਹੈ ਕਿ ਕਿੰਨਾ ਮਜ਼ਦੂਰਾਂ ਦੀ ਗਿਣਤੀ ਹੈ। ਤਾਂ ਉਹ ਮਜ਼ਦੂਰਾਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ, ਹਾਲਾਂਕਿ ਉਹਨਾਂ ਦੇ ਆਪਣੇ ਅੰਕੜਾ ਸਾਰ ਜਿਹੜਾ ਹਰ ਸਾਲ ਕੱਢਦੇ ਨੇ, ਕਿੰਨੇ ਬੰਦੇ ਮਜ਼ਦੂਰ ਖੇਤੀ 'ਤੇ ਨਿਰਭਰ ਨੇ, ਉਹ ਤਾਂ ਉਹਦੇ ਵਿੱਚ ਹੀ ਪਿਆ ਅੰਕੜਾ, ਹੈ ਨਾ। ਜੇ ਤੁਸੀਂ ਕਹਿ ਰਹੇ ਹੋ ਕਿ 7 ਲੱਖ ਦੇ ਕਰੀਬ ਜਿਹੜਾ ਪਰਿਵਾਰ ਹੈ ਮਜ਼ਦੂਰ ਹੈ, ਉਹ ਉਹਦੇ 'ਤੇ ਨਿਰਭਰ ਹੈ, ਅਤੇ ਉਸ ਸਾਰੇ ਮਾਮਲੇ ਦੇ ਵਿੱਚ ਜਦੋਂ ਤੁਸੀਂ ਫਿਰ ਇਹ ਸਾਈਡ ਲੈਂਦੇ ਹੋ ਕਿ ਸਾਡੇ ਕੋਲ ਕਰਜ਼ੇ ਦਾ ਨਹੀਂ ਪਤਾ ਕਿਸ ਲੈਵਲ 'ਤੇ, ਜਾਂ ਤੁਸੀਂ ਜਾਂਚ ਕਰਾਉਂਦੇ ਤਾਂ ਜਾਂਚ ਫਿਰ ਉਦੋਂ ਬਾਅਦ ਕਿਹਨੇ ਕੀਤੀ ਅੱਗੇ ਮੋੜ ਕੇ
ਔਰ ਜਾਂਚ ਦੇ ਵਿੱਚ ਵੀ ਕੁਝ ਬੁੱਧੀਜੀਵੀਆਂ ਨੇ ਵੀ ਉਹਨੂੰ ਡਿਫੈਂਡ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਉਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ। ਕੁਛ ਆਹੀ ਜਿਹੜੀਆਂ ਜਥੇਬੰਦੀਆਂ ਪਟਿਆਲੇ ਦੇ ਵਿੱਚ ਧਰਨਾ ਦੇ ਰਹੀਆਂ ਨੇ ਮਜ਼ਦੂਰਾਂ ਦੀਆਂ, ਉਹਨਾਂ 'ਚੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਆਪਣੇ ਲੈਵਲ 'ਤੇ ਇੱਕ ਸਰਵੇ ਕੀਤਾ ਕਿ ਇੰਨਾ ਕਰਜ਼ਾ ਹੈ, ਕਿੱਥੋਂ ਲਿਆ ਜਾਂਦਾ, ਹਾਲਤ ਕੀ ਹੈ, ਉਹ ਵੀ ਸਾਹਮਣੇ ਰਿਪੋਰਟ ਪੇਸ਼ ਕਰਤੀ। ਫਿਰ ਵੀ ਉਸ ਰਿਪੋਰਟ ਦਾ ਕੋਈ ਫਾਇਦਾ ਉਸ ਰੂਪ ਦੇ ਵਿੱਚ ਦਿਖਾਈ ਨਹੀਂ ਦਿੱਤਾ ਜਾਂ ਸਾਹਮਣੇ ਨਹੀਂ ਆਇਆ। ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸਲ ਦੇ ਵਿੱਚ ਕਿ ਉਹ ਹਾਲਾਤ ਨੂੰ, ਉਹਨਾਂ ਦਾ ਜਿਹੜਾ ਹੱਕ ਹੈ, ਰੁਜ਼ਗਾਰ ਦਾ ਹੱਕ, ਉਹ ਤੁਸੀਂ ਲਾਗੂ ਕਰਨ ਲਈ ਤਿਆਰ ਨਹੀਂ, ਜਿੰਨਾ ਵੀ ਹੈ 100 ਦਿਨ ਦਾ ਵੀ ਹੋਵੇ ਜੀ। ਰਾਈਟ ਟੂ ਫੂਡ 2013 ਤੋਂ ਐਕਟ ਬਣਿਆ, ਮਤਲਬ ਰਾਈਟ ਟੂ ਫੂਡ ਨੂੰ ਤੁਸੀਂ ਨਾ ਕੇਵਲ ਸਰਕਾਰਾਂ, ਮਿਡਲ ਕਲਾਸ ਵੀ ਜਿਹੜੇ ਉਦੋਂ ਉੱਪਰਲੇ ਬੰਦੇ ਨੇ ਉਹ ਵੀ ਐਂ ਕਹਿੰਦੇ ਨੇ ਜਿਵੇਂ ਅਸੀਂ ਬਹੁਤ ਵੱਡਾ ਅਹਿਸਾਨ ਕਰ ਰਹੇ ਹਾਂ ਕਿ ਬੰਦਿਆਂ ਦੇ ਉੱਤੇ ਅਸੀਂ, ਇਹ ਤਾਂ ਦੇਖੋ ਜੀ ਸਾਰਾ ਖਜ਼ਾਨਾ ਸ਼ਾਇਦ ਇਹਦੇ 'ਤੇ ਲੁਟਾ ਰਹੇ ਹਾਂ। ਉਹ ਕਾਰਪੋਰੇਟ ਨੂੰ ਕਿੰਨਾ ਕੰਸੈਸ਼ਨ ਦਿੰਦੇ ਹੋ, ਕਿੰਨੇ ਕਰਜ਼ੇ ਮਾਫ ਕਰਦੇ ਹੋ, ਕਿੰਨਾ NPA ਕਹਿ ਕੇ ਕਰਦੇ ਹੋ, ਉਹਦਾ ਕੋਈ ਗੱਲ ਲੈਣਾ ਦੇਣਾ ਨਹੀਂ। ਇਹ ਕੰਮ ਛੱਡ ਕੇ ਜੀ ਫਲਾਣਾ, ਦੁਨੀਆ 'ਚ ਜਾਂ ਦੇਸ਼ ਦੇ ਵਿੱਚ ਕੋਈ ਐਸੀ ਉਦਾਹਰਨ ਨਹੀਂ ਜਿੰਨੀਆਂ ਸਟੱਡੀਆਂ ਹੋਈਆਂ ਨੇ ਕਿ ਜੇ ਤੁਸੀਂ ਕਿਸੇ ਨੂੰ ਮੁਫਤ ਜਾਂ ਰਵਾਇਤੀ ਭੋਜਨ ਦੇਤਾ ਉਹ ਕੰਮ ਛੱਡ ਗਿਆ ਹੋਵੇ। ਕੰਮ ਤੁਸੀਂ ਪੈਦਾ ਕਰੋਗੇ ਤਾਂ ਕੰਮ ਕਰਦਾ ਹੈ ਬੰਦਾ ਨਾ, ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਵੀ ਕਰਦਾ। ਉਸ ਪਾਸੇ ਵੱਲ ਨੂੰ ਸਗੋਂ ਇੱਕ ਬਣਾ ਦਿੱਤਾ ਜਾਂਦਾ ਵੀ ਇਹ ਤਾਂ ਅਲੱਗ ਵਰਗ ਹੈ, ਇਹਨੂੰ ਤਾਂ ਦੇਖੋ ਜੀ ਅਸੀਂ ਇਹ ਵੀ ਦੇ ਰਹੇ ਹਾਂ ਸਾਰਾ ਕੁਛ। ਉਦਯੋਗਪਤੀ ਨੂੰ 5 ਰੁਪਏ ਯੂਨਿਟ ਦੇ ਦਿਓ ਤੇ ਮਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਵੀ ਸਿਫਾਰਿਸ਼ ਕਰ ਦਿੰਦੀ ਹੈ ਕਿ ਇਹਨਾਂ ਨੂੰ ਹੋਰ ਜ਼ਿਆਦਾ ਰਿਆਇਤ ਦੇਣੀ ਚਾਹੀਦੀ ਹੈ ਤਾਂ ਕਿ ਕੰਪੀਟੀਸ਼ਨ 'ਚ ਖੜ੍ਹ ਸਕਣ। ਪਰ ਉਹ 200 ਯੂਨਿਟ ਵੀ ਮਜ਼ਦੂਰਾਂ ਦਾ ਮਤਲਬ ਉਹ ਹੁੰਦਾ ਹੈ, ਲੋਕਾਂ ਦੇ ਪਚਦਾ ਨਹੀਂ ਹੈ ਕਿਸੇ ਨਾਲ ਕਿਸੇ ਠੀਕ ਦੇ ਨਾਲ, ਉਹਦੇ ਨਾਲ ਕਹਿੰਦੇ ਨੇ ਜ਼ਿਆਦਾ ਲਾਸ ਹੋ ਗਿਆ। ਫਿਰ ਤੁਸੀਂ ਐਜੂਕੇਸ਼ਨ ਦਾ ਹਾਲ ਦੇਖੋ, ਸਿਹਤ ਦੇ ਮਤਲਬ ਸਿੱਖਿਆ ਦੇ, ਕਿਉਂਕਿ ਬਹੁਤੇ ਦਲਿਤ ਪਰਿਵਾਰਾਂ ਜਾਂ ਮਜ਼ਦੂਰ ਪਰਿਵਾਰਾਂ ਦੇ ਕੋਲ ਜੇਬ 'ਚ ਪੈਸੇ ਨਹੀਂ ਹੁੰਦੇ। ਸਰਕਾਰੀ ਸਕੂਲਾਂ 'ਚ ਹੁਣ ਬਹੁ ਗਿਣਤੀ ਬੱਚੇ ਉਹਨਾਂ ਪਰਿਵਾਰਾਂ 'ਚ ਹੀ ਰਹਿ ਗਏ, ਬਾਕੀ ਤਾਂ ਬੱਚੇ ਹੋਰਾਂ ਸਕੂਲਾਂ 'ਚ। ਫਿਰ ਤੁਸੀਂ ਕਹਿੰਦੇ ਉਹਨਾਂ ਨਾਲ ਕੰਪੀਟ ਕਰੋ, ਮੁਕਾਬਲੇ 'ਚ ਆਓ। ਮੁਕਾਬਲੇ 'ਚ ਕਿਵੇਂ ਆਇਆ ਜਾਏਗਾ ਜਦ ਤੁਸੀਂ ਇੱਕੋਸਾਰ ਵਿੱਦਿਆ ਹੀ ਨਹੀਂ ਦੇ ਰਹੇ। ਔਰ ਇੱਕਸਾਰ ਵਿੱਦਿਆ, ਕੋਠਾਰੀ ਕਮਿਸ਼ਨ ਬਣਿਆ ਸੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਵਿੱਦਿਆ ਦੇ ਉੱਤੇ, ਉਹ ਇਹ ਕਹਿ ਰਿਹਾ ਕਿ ਜੇ ਇੱਕੋ ਜਿਹੇ ਸਕੂਲ ਨਹੀਂ ਦਿੰਦੇ, ਇੱਕੋ ਜਿਹੀ ਪੜ੍ਹਾਈ ਨਹੀਂ ਦਿੰਦੀ ਤਾਂ ਸਮਾਜਿਕ ਬਰਾਬਰੀ ਦਾ ਜਿਹੜਾ ਤੁਸੀਂ ਨਾਅਰੇ ਦੀ ਗੱਲ ਕਰਦੇ ਹੋ ਫਰਾਡ ਹੈ ਜੀ, ਇਹਦਾ ਕੋਈ ਮਤਲਬ ਨਹੀਂ। ਪਹਿਲਾਂ ਘੱਟੋ ਘੱਟ ਉਹ ਚੀਜ਼ ਤਾਂ ਬਰਾਬਰ ਦਿਓ ਨਾ ਜਿਹਦੇ ਨਾਲ ਬੰਦੇ ਨੇ ਵਧਣਾ ਫੁੱਲਣਾ, ਉਸ ਪਾਸੇ ਵੱਲ ਜਾਣਾ। ਅਤੇ ਫਿਰ ਉਹਦੇ ਨਾਲ ਦੀ ਨਾਲ ਅਗਲਾ ਸਵਾਲ ਸਿਹਤ ਦਾ ਸਵਾਲ ਹੈ। ਔਰ ਦੇਸ਼ ਦੇ ਵਿੱਚ ਇੱਕ ਗੱਲ, ਮਤਲਬ ਇੱਕ ਫਿਗਰ ਆਈ ਹੈ ਸਾਹਮਣੇ ਕਿ 59% ਬੱਚੇ ਜਿਹੜੇ ਨੇ ਉਹ ਸਟੰਟਡ ਗਰੋਥ ਹੈ, ਪੂਰੀ ਗਰੋਥ ਨਹੀਂ ਹੋ ਰਹੀ। ਔਰ ਔਰਤਾਂ ਦੇ ਵਿੱਚ ਅਨੀਮੀਆ ਜਿਹੜਾ ਕਿੰਨੇ ਵੱਡੇ ਪੱਧਰ ਦੇ ਦਿਓ, ਉਹਦੇ 'ਚ ਬਹੁ ਗਿਣਤੀ ਜਿਹੜੀਆਂ ਨੇ ਉਹ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਅਤੇ ਔਰਤਾਂ ਨੇ, ਜਿਸ ਲੈਵਲ ਦੀਆਂ ਚੀਜ਼ਾਂ ਚੱਲਦੀਆਂ ਨੇ। ਫਿਰ ਇਹ ਹਾਲਤ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ। ਜੇ ਸਿਆਸਤਦਾਨ ਸੱਚੀਓ ਇਹ ਸੀ ਕਿ ਅਸੀਂ ਬਰਾਬਰੀ ਦੇ ਵੱਲ ਲੈ ਕੇ ਜਾਣਾ, ਅਸੀਂ ਇਸ ਪਾਸੇ ਵੱਲ ਲੈ ਕੇ ਜਾਣਾ, ਤਾਂ ਇਹਨਾਂ ਬੁਨਿਆਦੀ ਗੱਲਾਂ 'ਤੇ ਕੋਈ ਫੈਸਲੇ ਲੈਂਦੇ, ਤਾਂ ਇਹਨਾਂ ਬੁਨਿਆਦੀ ਗੱਲਾਂ 'ਤੇ ਸਮਾਜ ਨੂੰ ਕੋਈ ਉੱਪਰ ਉਠਾਉਣ ਦੀ ਟਰਾਈ ਕਰਦੇ, ਉਹ ਤਾਂ ਉਠਾਇਆ ਨਹੀਂ ਹੈ। ਔਰ ਉਸ ਦੇ ਵਿੱਚ ਕੇਵਲ ਇੰਨੀਆਂ ਹੀ ਗੱਲਾਂ ਕੀਤੀਆਂ ਨੇ। ਹੁਣ ਜਿਹੜਾ ਸਕਾਲਰਸ਼ਿਪ ਦਾ ਸਕੀਮ ਦਾ ਸਵਾਲ ਸੀ ਦਲਿਤਾਂ ਦਾ, ਔਰ ਉਹ ਸਕਾਲਰਸ਼ਿਪ ਸਕੀਮ ਪਹਿਲਾਂ ਤਾਂ ਗੌਰਮੈਂਟ ਆਫ ਇੰਡੀਆ ਨੇ ਇਹੋ ਜਿਹੀ ਪਾਲਿਸੀ ਬਣਾਈ ਕਿ ਅਸੀਂ 5 ਸਾਲ ਤੱਕ ਦੇਵਾਂਗੇ, ਬਾਅਦ 'ਚ ਤੁਸੀਂ ਆਪ ਹੀ ਦਿਓ। ਸੂਬਿਆਂ ਕੋਲ ਤਾਂ ਵੈਸੇ ਹੀ ਨਹੀਂ ਹੈ, ਪਹਿਲਾਂ ਤਾਂ ਉਹ ਨੁਕਸਦਾਰ ਚੀਜ਼ ਹੈ ਕਿ ਤੁਸੀਂ ਕਿੱਥੋਂ ਦਿਓਗੇ। ਦੂਜੀ ਗੱਲ ਇਹ ਹੈ ਕਿ ਫਿਰ ਸੂਬਿਆਂ ਨੇ ਵੀ ਬੰਦ ਕਰਤਾ, ਉਹਨਾਂ ਨੇ ਵੀ ਬੰਦ ਕਰਤਾ। ਪੰਜਾਬ ਦਾ 2 ਤੋਂ 3 ਲੱਖ ਬੱਚਾ ਜਿਹੜਾ ਕਾਲਜਾਂ 'ਚ ਜਾਂ ਆਲੇ ਦੁਆਲੇ ਹੋਰ ਕੋਰਸਾਂ 'ਚ ਜਾਣਾ ਸੀ, ਉਹ ਵਿਹਲਾ ਬੈਠ ਗਿਆ ਉਸ ਪੱਧਰ 'ਤੇ। ਪਹਿਲੀ ਗੱਲ ਇਹੀ ਹੈ ਕਿ ਜੇ ਤੁਸੀਂ ਮੁਫਤ, ਘੱਟੋ ਘੱਟ ਬੰਦਿਆਂ ਨੂੰ, ਬੱਚਿਆਂ ਨੂੰ, ਜੇ ਤੁਸੀਂ ਚੰਗੇ ਇਨਸਾਨ ਜਾਂ ਬਰਾਬਰ ਦੇ ਮੌਕੇ ਦੇਣੇ ਨੇ, ਉਹਨਾਂ ਨੂੰ ਮੁਫਤ ਸਿੱਖਿਆ ਤਾਂ ਦੇ ਦਿਓ, ਬਿਲਕੁਲ ਮੁਫਤ ਸਿਹਤ ਤਾਂ ਦੇ ਦਿਓ। ਅਤੇ ਇੱਧਰ ਤਾਂ ਤੁਹਾਡਾ ਕੋਈ ਧਿਆਨ ਹੀ ਨਹੀਂ ਹੈ ਵੀ ਨਹੀਂ ਜੀ ਪੈਸੇ ਖਰਚੋ ਤਾਂ ਤੁਹਾਡਾ ਠੀਕ ਹੋ। ਫਿਰ ਪੈਸੇ ਦਾ ਜਿਹਦੀ ਜੇਬ 'ਚ ਉਹ ਖਰੀਦੂਗਾ, ਮੰਡੀ ਦਾ ਮਾਲ ਹੈ ਉਹ ਤਾਂ, ਤੁਹਾਡੀ ਭੂਮਿਕਾ ਕੀ ਹੋਈ? ਫਿਰ ਤਾਂ ਉਹ ਆਪ ਹੀ ਖਰੀਦ ਲੂਗਾ। ਇਸ ਲਈ ਇਹ ਜਿਹੜਾ ਸਿਆਸਤ ਦੇ ਨਾਅਰੇਬਾਜ਼ੀ ਅਤੇ ਪ੍ਰੈਕਟਿਸ ਅਮਲ, ਇਹ ਦੋਨਾਂ 'ਚ ਬਹੁਤ ਵੱਡਾ ਗੈਪ ਨਜ਼ਰ ਆ ਰਿਹਾ। ਔਰ ਇਸੇ ਗੈਪ ਕਰਕੇ ਹਾਲਾਤ ਨਹੀਂ ਸੁਧਰ ਰਹੇ। ਤੁਸੀਂ ਕੇਵਲ 5 ਸਾਲ ਇੱਕ ਵਾਰ ਕਹਿ ਕੇ ਵੋਟਾਂ ਲੈਣੀਆਂ ਹੁੰਦੀਆਂ ਨੇ, ਅਤੇ ਵੋਟ ਲੈ ਲਈ, 5 ਸਾਲ ਭੁੱਲ ਜਾਓ, ਫਿਰ ਕੁਛ ਕਹੋ ਕਿ ਉਸੇ ਤਰੀਕੇ ਨਾਲ ਆਪਾਂ ਫਿਰ ਗੱਲ ਕਰਾਂਗੇ ਜੀ। ਹਮੀਰ ਜੀ, ਸਰਕਾਰਾਂ ਆਉਂਦੀਆਂ ਨੇ ਅਤੇ ਚਲੀਆਂ ਜਾਂਦੀਆਂ ਨੇ, ਅਤੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਦੇ ਜ਼ਿਆਦਾਤਰ ਜਿਹੜੇ ਹੈਗੇ ਪੂਰੇ ਨਹੀਂ ਹੋ ਪਾਉਂਦੇ। ਲੋਕਾਂ ਦੀ ਸਮੱਸਿਆ ਉਸੇ ਤਰ੍ਹਾਂ ਜਿਹੜੀ ਹੈਗੀਆਂ ਬਰਕਰਾਰ ਰਹਿੰਦੀਆਂ ਨੇ। ਅਸੀਂ ਜਾਣਨਾ ਚਾਹਾਂਗੇ ਹੁਣ ਤੱਕ ਸਿਆਸੀ ਪਾਰਟੀਆਂ ਵੱਲ ਕਿਸ ਤਰ੍ਹਾਂ ਜਿਹੜੇ ਹੈਗੇ ਵਾਅਦੇ ਜਿਹੜੇ ਹੈਗੇ ਆ ਸਾਡੇ ਮਜ਼ਦੂਰ ਵਰਗ ਨਾਲ ਕੀਤੇ ਨੇ, ਅਤੇ ਉਹਨਾਂ 'ਚੋਂ ਕਿੰਨੇ ਕੁ ਪੂਰੇ ਹੋ ਗਏ ਨੇ ਅਤੇ ਕਿੰਨੇ ਕੁ ਬਕਾਇਆ ਪਏ ਨੇ? ਅਸਲ 'ਚ ਉਹ ਚੀਜ਼ਾਂ ਸ਼ਾਮਲ ਹੀ ਨਹੀਂ ਕੀਤੀਆਂ ਜਾਂਦੀਆਂ। ਪਹਿਲੀ ਗੱਲ ਤਾਂ ਇਹ ਵਾਅਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੀ ਹਾਲਤ ਸੁਧਾਰਨੀ ਹੈ ਜੀ। ਹਾਲਤ ਸੁਧਾਰਨੀ ਹੈ, ਜਿਹੜੇ ਸਰਵੇ ਹੁਣ ਤੱਕ ਆਏ ਨੇ ਉਹਦੇ ਲਈ ਕੀ ਕਰਦੇ ਹੋ? ਨਾਰਮਲੀ ਪ੍ਰੋਫੈਸਰ ਗਿਆਨ ਸਿੰਘ ਹੋਣਾ ਦਾ ਇੱਕ ਸਟੱਡੀ ਹੈ ਉਹਨਾਂ ਦੇ ਉੱਤੇ, ਉਹ ਇਹ ਕਹਿ ਰਹੇ ਨੇ ਕਿ ਇੱਕ ਮਜ਼ਦੂਰ ਜੇ 100 ਰੁਪਇਆ ਕਮਾਉਂਦਾ 112 ਰੁਪਏ ਖਰਚ ਕਰਨੇ ਪੈਂਦੇ ਨੇ, ਬਹੁਤ ਮੁੱਢਲੀਆਂ ਲੋੜਾਂ 'ਤੇ। ਐਂ ਨਹੀਂ ਕਿ ਉਹਦੇ ਨਾਲ ਵੱਖ-ਵੱਖ ਚੀਜ਼ਾਂ ਹੋ ਜਾਂਦੀਆਂ ਨੇ। ਇਹਦਾ ਮਤਲਬ ਲਗਾਤਾਰ ਕਰਜ਼ਾਈ ਉਸ ਪੱਧਰ 'ਤੇ ਹੋਇਆ।
ਔਰ ਜੇ ਉਹਨਾਂ ਸਿਰ ਕਰਜ਼ਾ ਘਾਟਾ ਆਮ ਤੌਰ ਤੇ ਕਿਹਾ ਜਾਂਦਾ, ਦੋ ਤਿੰਨ ਇਹੋ ਜਿਹੇ ਅਧਿਐਨ ਨੇ ਕਿ ਐਵਰੇਜ ਮਜ਼ਦੂਰ ਪਰਿਵਾਰ ਸਿਰ ਲਗਭਗ 77,000 ਦੇ ਲਗਭਗ 70 ਤੋਂ 80,000 ਦੇ ਲਗਭਗ ਕਰਜ਼ਾ ਹੈ ਜੀ। ਤੇ ਕੁਝ ਸੈਕਸ਼ਨ ਇਹੋ ਜਿਹਾ ਜਿਹਦੇ ਸਿਰ ਕਰਜ਼ਾ ਨਹੀਂ, ਮੈਨੂੰ ਲੱਗਦਾ ਉਹ ਸਭ ਤੋਂ ਮਾੜਾ ਹੇਠਲਾ ਵਰਗ ਹੈ। ਜਿਹਨੂੰ ਕੋਈ ਕਰਜ਼ਾ ਦਿੰਦਾ ਹੀ ਨਹੀਂ ਤਾਂ ਉਹਦੇ ਸਿਰ ਕਰਜ਼ਾ ਕਿਵੇਂ ਹੋਊ? ਉਹਦੀ ਹਾਲਤ ਉਹ ਤੋਂ ਵੀ ਮਾੜੀ ਹੈ ਜੀ। ਕਿਉਂਕਿ ਤੁਸੀਂ ਕਰਜ਼ਾ ਉਹਨੂੰ ਰੋਟੀ ਰੋਜੀ ਲਈ ਵੀ ਬਾਕੀ ਲਈ ਵੀ ਉਹਦੇ ਕੋਲ ਕੋਈ ਸਾਧਨ ਨਹੀਂ ਹੈ, ਨਾ ਤਾਂ ਕੋਈ ਬੈਂਕ ਕਰਜ਼ਾ ਦਿੰਦਾ, ਨਾ ਕੋਈ ਬੈਂਕ ਤਾਂ ਕਹਿੰਦਾ ਵੀ ਪਹਿਲਾਂ ਗਹਿਣੇ ਰੱਖ ਆਹ ਚੀਜ਼ ਤਾਂ ਮੈਂ ਕਰਜ਼ਾ ਦਊਂਗਾ। ਅਸੈਟਸ ਹੈ ਨਹੀਂ ਹੈ। ਪੰਜਾਬ ਦੇ ਵਿੱਚ 32% ਦਲਿਤ ਪਾਪੂਲੇਸ਼ਨ ਹੈ, ਦਲਿਤ ਆਬਾਦੀ ਹੈ। ਪਿੰਡਾਂ 'ਚ 37% ਦਲਿਤ ਆਬਾਦੀ ਹੈ, ਜਿਹਦੇ 'ਚੋਂ ਬਹੁਗਿਣਤ ਕਾਫੀ ਵੱਡਾ ਹਿੱਸਾ ਖੇਤੀ 'ਚ ਖੇਤਰ ਤੇ ਬਾਕੀ ਹੋਰਾਂ ਖਿੱਤਿਆਂ ਦੇ ਵਿੱਚ ਹੈ। ਤੇ ਉਹਨਾਂ ਦੇ ਵਿੱਚੋਂ ਜਿਹੜਾ ਕਰਜ਼ੇ ਦਾ ਸਵਾਲ ਵੀ ਹੈ ਜਾਂ ਲੋਨ ਦੇਣ ਦਾ ਸਵਾਲ ਹੈ, ਉਹ ਨਾ ਹੋਣ ਕਰਕੇ ਬਹੁਗਿਣਤੀ ਔਰਤਾਂ ਨੇ ਜਿਹੜੀਆਂ ਉਹ ਫਾਈਨਾਂਸ ਕੰਪਨੀਆਂ ਦੇ ਕਰਜ਼ਾਈ ਹੋ ਚੁੱਕੀਆਂ ਨੇ। ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਹਦਾ ਅਸਰ ਦਿਖਾਈ ਦਿੰਦਾ, ਬਿੰਨਿਆ ਪਿਆ ਮਜ਼ਦੂਰ ਕਰਜ਼ੇ ਦੇ ਵਿੱਚ ਜੀ। ਤੇ ਜਦੋਂ ਉਹ ਦਿਖਾਈ ਦਿੰਦਾ, ਜੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਦ ਆਪਾਂ ਇਹ ਦੇਖਦੇ ਹਾਂ ਉਹਨਾਂ ਦੇ ਘਰ ਜਾ ਕੇ ਜਾਂ ਬਾਕੀ ਜੋ 5 ਮਰਲੇ ਦੇ ਪਲਾਟਾਂ ਲਈ ਮਤਲਬ ਡਿਮਾਂਡ ਕਰ ਰਿਹਾ ਹਜੇ 5 ਮਰਲੇ ਕਿੰਨਾ ਕੁ ਥਾਂ ਹੁੰਦਾ ਜਿਹਦੇ 'ਚ ਇੱਕ ਪਰਿਵਾਰ ਰਹਿ ਸਕਦਾ ਜਾਂ ਬਾਕੀ ਨੇ, ਔਰ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਕਿ ਇੱਕ ਕਮਰੇ 'ਚ 7-7 5-5 ਬੰਦੇ ਰਹਿ ਰਹੇ ਨੇ। ਔਰ ਜਿਹੜਾ ਇੱਕ ਮਨੁੱਖੀ ਜ਼ਿੰਦਗੀ ਜਿਉਣ ਦਾ ਸਵਾਲ ਹੁੰਦਾ, ਬੱਚੇ ਦੀ ਮੈਰਿਜ ਹੋ ਗਈ, ਅਲੱਗ ਕਮਰਾ ਚਾਹੀਦਾ ਜੀ, ਉਹ ਚੀਜ਼ਾਂ ਵੀ ਨਹੀਂ ਹੈ। ਔਰ ਬਹੁਤ ਕਿੰਨੇ ਲੋਕਾਂ ਦੇ ਰਸੋਈ ਨਹੀਂ ਹੈ, ਕਿੰਨੇ ਲੋਕਾਂ ਦੇ ਅਜੇ ਫਲੱਸ਼ ਉਸ ਲੈਵਲ 'ਤੇ ਨਹੀਂ ਹੈ, ਕਿੰਨੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਨੇ। ਔਰ ਕਈਆਂ ਦੇ ਨਹਾਉਣ ਨੂੰ ਬਾਥਰੂਮ ਨਹੀਂ ਹੈ, ਮੰਜਾ ਟੇਢਾ ਕਰਕੇ ਨਹਾ ਲਓ ਜਾਂ ਬਾਕੀ ਇਹ ਸਾਰੀਆਂ ਚੀਜ਼ਾਂ ਉਹ ਖੇਤ ਮਜ਼ਦੂਰ ਯੂਨੀਅਨ ਦੇ ਵੀ ਤੇ ਬਾਕੀ ਜਿਹੜੇ ਐਕਸਪਰਟਸ ਦੀਆਂ ਸਰਵੇ ਨੇ ਜਾਂ ਅਧਿਐਨ ਨੇ ਉਹਦੇ ਵਿੱਚ ਵੀ ਸਾਹਮਣੇ ਆਈਆਂ ਨੇ। ਇਹ ਹਕੀਕਤ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ। ਔਰ ਫਿਰ ਜੇ ਕਰਜ਼ੇ ਮਾਫੀ ਦੀ ਉਹ ਗੱਲ ਜਦੋਂ ਸਾਹਮਣੇ ਆ ਗਈ ਸੀ ਤਾਂ ਪੰਜਾਬ ਗੌਰਮੈਂਟ ਨੇ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਤੀ ਸੀ ਜੀ ਉਦੋਂ 2017 'ਚ, ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੀ। ਸੁਖ ਸਰਕਾਰੀਆ ਜਿਹੜੇ ਅੱਜ ਕੱਲ੍ਹ ਮੰਤਰੀ ਨੇ ਇਹ ਉਹ ਕਮੇਟੀ ਦੇ ਚੇਅਰਮੈਨ ਸੀ। ਕਾਂਗਰਸ ਵੱਲੋਂ ਕੁਲਜੀਤ ਸਿੰਘ ਨਾਗਰਾ ਤੇ ਨੱਥੂ ਰਾਮ 2 ਹੋਰ ਮੈਂਬਰ ਸੀ, ਤੇ ਆਮ ਆਦਮੀ ਪਾਰਟੀ ਵੱਲੋਂ ਨਾਜਰ ਸਿੰਘ ਮਾਨਸਾਹੀਆ ਮੈਂਬਰ ਸੀ ਜੋ ਅੱਜ ਕੱਲ੍ਹ ਕਾਂਗਰਸ 'ਚ ਚਲੇ ਗਏ ਨੇ, ਤੇ ਅਕਾਲੀ ਦਲ ਵੱਲੋਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਮੈਂਬਰ ਸੀ ਜੀ। 5 ਦੀ ਇੱਕ ਰਿਪੋਰਟ ਪਈ ਹੋਈ ਹੈ। ਹੁਣ ਉਹ ਰਿਪੋਰਟ 'ਚ ਕੀ ਹੈ ਨਹੀਂ ਹੈ ਇਹਨੂੰ ਛੱਡ ਦਿਓ, ਪਰ ਜੇਕਰ ਦੇਖੋਗੇ ਵਿਧਾਨ ਸਭਾ 'ਚ ਉਹ ਸਾਈਲੈਂਟ ਪਈ ਆ, ਉਹ ਰਿਪੋਰਟ ਕਰਾ ਲਈ। ਜੇ ਵਿਧਾਨ ਸਭਾ 'ਚ ਚਰਚਾ ਹੀ ਨਹੀਂ ਹੋਣੀ, ਜੇ ਉਹ ਪਬਲਿਕ ਡੋਮੇਨ 'ਚ ਆਉਣੀ ਹੋਣੀ, ਕਿਸੇ ਏਜੰਡੇ ਦਾ ਹਿੱਸਾ ਹੀ ਨਹੀਂ ਬਣਨੀ ਕਿ ਤੁਸੀਂ ਖੁਦਕਸ਼ੀਆਂ ਕਿਵੇਂ ਰੋਕਣੀਆਂ ਨੇ, ਦਲਿਤਾਂ ਦੀ ਹਾਲਤ ਕਿਸਾਨੀ ਦੀ ਸੁਧਾਰਨੀ ਕਿਵੇਂ ਹੈ, ਜਿਹਦੇ 'ਚ ਇੱਕ ਕੰਪੋਨੈਂਟ ਇਹ ਵੀ ਸੀ ਕਿ ਬੜਾ ਹਿੱਸਾ ਸੀ, ਤਾਂ ਫਾਇਦਾ ਕਿ ਸਾਰੀਆਂ ਪਾਰਟੀਆਂ ਕਿਸੇ ਵੀ ਐਮਐਲਏ ਨੇ ਉਸ ਤੋਂ ਬਾਅਦ ਵਿਧਾਨ ਸਭਾ 'ਚ ਮੰਗ ਕੀਤੀ ਹੋਵੇ ਤੇ ਪ੍ਰੋਟੈਸਟ ਕੀਤਾ ਹੋਵੇ ਕਿ ਤੁਸੀਂ ਇਹ ਜਿਹੜੀਆਂ ਰਿਪੋਰਟ ਹੈ ਅੰਦਰ ਰੱਖ ਛੱਡੀ ਹੈ ਤੇ ਚਰਚਾ ਤਾਂ ਕਰਾਓ, ਇਹਨੂੰ ਸਭ ਦੇ ਸਾਹਮਣੇ ਤਾਂ ਲਿਆਓ, ਉਹ ਮੰਗ ਨਹੀਂ ਕਰਦੇ। ਕਿਉਂਕਿ ਇੱਕ ਮਾਈਂਡ ਸੈੱਟ ਸਿਆਸਤਦਾਨਾਂ ਦਾ ਕੇਵਲ ਇੰਨਾ ਕੁ ਹੋ ਗਿਆ ਕਿ ਆਪਾਂ ਇਹ ਵੋਟ ਬੈਂਕ ਦਾ ਜਰੀਆ ਸਾਰਾ ਸਿਸਟਮ ਹੈ, ਇਦੋਂ ਵੱਧ ਕਰਨ ਦਾ ਲੋੜ ਹੀ ਨਹੀਂ ਹੈ। ਤੇ ਜੇ ਵੱਧ ਲੋੜ ਕਰਾਂਗੇ ਤਾਂ ਸਗੋਂ ਕਈ ਜਵਾਬਦੇਹੀਆਂ ਹੋਰ ਪੈਦਾ ਹੋ ਜਾਣਗੀਆਂ। ਉਹ ਹਿਸਟੋਰੀਕਲੀ ਇਹ ਦਿਖਾਈ ਦੇ ਰਿਹਾ। ਔਰ ਜੇਕਰ ਥੋੜ੍ਹੀ ਜਿਹੀ ਵੀ, ਵੈਸੇ ਤਾਂ ਓਵਰਆਲ ਡਿਵੈਲਪਮੈਂਟ ਦਾ ਮਾਡਲ ਹੀ ਇਹੋ ਜਿਹਾ ਕਿਉਂਕਿ ਬਹੁਤ ਵੱਡਾ ਵਰਗ, ਚਾਹੇ ਉਹ ਦਲਿਤ ਹੋਣ ਚਾਹੇ ਕਿਸਾਨ ਜਾਂ ਬਾਕੀ ਦੇ ਵਰਗ, ਉਹੀ ਡਾਊਨ ਜਾ ਰਹੇ ਨੇ। ਪਰ ਇਹ ਸਭ ਤੋਂ ਹਾਸਿਆਗ੍ਰਸਤ ਵਰਗ ਹੈ ਜੀ, ਜਿਹਦੇ ਕੋਲ ਨਾ ਕੋਈ ਪੂੰਜੀ ਨਾ ਹੋਵੇ। ਔਰ ਉੱਥੋਂ ਖੜ ਕੇ ਜੇਕਰ ਤੁਸੀਂ ਪਾਲਿਸੀ ਬਣਾਓਗੇ ਉਸ ਪੱਧਰ ਦੇ ਉੱਤੇ, ਔਰ ਤਾਂ ਜਾ ਕੇ ਇਹ ਮਤਲਬ ਕੋਈ ਫਾਇਦਾ ਹੋ ਸਕਦਾ। ਪਾਲਿਸੀ ਉੱਥੋਂ ਖੜ ਕੇ ਬਣ ਨਹੀਂ ਰਹੀ, ਕੇਵਲ ਨਾਅਰੇਬਾਜ਼ੀ ਹੈ। ਤੁਸੀਂ ਮੁੱਖ ਮੰਤਰੀ ਬਣਾ ਦੋਗੇ ਜਾਂ ਫਲਾਨਾ ਬਣਾ ਦੋਗੇ, ਮੁੱਖ ਮੰਤਰੀ ਬਣਾ ਵੀ ਦਿਓ, ਉਹ ਕੀ ਕਰ ਦੂਗਾ ਜੀ ਇਕੱਲਾ ਮੁੱਖ ਮੰਤਰੀ ਬਣ ਕੇ ਜੀ। ਔਰ ਇੱਥੋਂ ਪਹਿਲਾਂ ਵੀ ਆਪਾਂ ਕਈ ਵਾਰ ਚਰਚਾ ਕੀਤੀ ਹੈ, ਹੁਣ ਰਾਸ਼ਟਰਪਤੀ ਵੀ ਦਲਿਤ ਰਾਸ਼ਟਰਪਤੀ ਹੈ। ਜਦੋਂ ਕਿਸੇ ਮੰਦਿਰ 'ਚ ਜਾਂਦਾ ਬਾਅਦ 'ਚ ਮੰਦਿਰ ਧੋਣਾ ਪੈਂਦਾ, ਧੋ ਰਹੇ ਨੇ, ਤੇ ਜੇ ਕਿਸੇ ਬਰਤਨ 'ਚ ਖਾਂਦਾ ਤਾਂ ਮਤਲਬ ਸਮਾਜਿਕ ਪੱਧਰ 'ਤੇ ਵੀ ਇਹ ਸਿਸਟਮ ਸਾਡੇ ਦੇਖਿਆ ਗਿਆ। ਔਰ ਇਸੇ ਤਰੀਕੇ ਦੇ ਨਾਲ ਤੁਸੀਂ ਪ੍ਰੈਜ਼ੀਡੈਂਟ ਹੁਣ ਚੀਫ ਮਿਨਿਸਟਰ ਸਾਡੇ ਹੈ ਜੀ, ਜੱਟ ਸਿੱਖ ਹੈ, ਜੱਟ ਕਿਸਾਨੀ ਹੈ ਨਾ, ਕਿਸਾਨੀ ਵੀ ਤਾਂ ਖੁਦਕਸ਼ੀਆਂ ਕਰ ਰਹੀ ਹੈ ਬਰਾਬਰ ਦੇ ਤੌਰ 'ਤੇ, ਸਿੱਖੀ ਹੈ, ਬੇਅਦਬੀ ਦਾ ਅਜੇ ਤੱਕ ਕੁਛ ਨਹੀਂ ਹੋਇਆ, ਨਸ਼ਿਆਂ 'ਚ ਲੋਕ ਜਾ ਰਹੇ ਨੇ। ਜੇ ਜਾਤ ਦੇ ਆਧਾਰ 'ਤੇ ਉੱਪਰ ਬੰਦਾ ਬਿਠਾਉਣ ਨਾਲ ਹੀ ਸਾਰਾ ਕੁਝ ਠੀਕ ਹੋ ਜਾਂਦਾ ਫਿਰ ਤਾਂ ਇੱਕ ਵਾਰ ਸਾਰਾ ਇਹਨੂੰ ਮੌਕਾ ਦੇ ਦਿਓ ਤੇ ਬਾਕੀ ਠੀਕ ਹੋ ਜਾਊਗਾ ਆਪੀ, ਫਿਰ ਤਾਂ ਰੌਲਾ ਹੀ ਨਹੀਂ ਕੋਈ। ਰੌਲਾ ਅਸਲ 'ਚ ਡਾਇਗਨੋਜ਼ ਕਰਨ ਦਾ, ਪ੍ਰੋਬਲਮ ਜੋ ਹੁੰਦੀ ਹੈ, ਜੋ ਸਾਡੇ ਸਾਹਮਣੇ ਸਮੱਸਿਆ ਹੁੰਦੀ ਹੈ, ਉਹਨੂੰ ਐਡਰੈਸ ਕਰਨ ਦਾ। ਉਹ ਐਡਰੈਸ ਕਰਨ ਲਈ ਨਹੀਂ ਕੋਈ ਤਿਆਰ। ਇਹ ਕੇਵਲ ਫੋਕੀ ਵੋਟ ਬੈਂਕ ਦੀ ਸਿਆਸਤ ਦਾ ਹੀ ਇੱਕ ਗੇਮ ਹੈ ਜੀ। ਹਮੀਰ ਜੀ, ਜਿਵੇਂ ਕਿ ਪ੍ਰੋਗਰਾਮ ਦੀ ਸਿਆਸਤ ਵਿੱਚ ਹੀ ਤੁਸੀਂ ਦੱਸਿਆ ਵੀ ਕਿ ਮਜ਼ਦੂਰ ਵਰਗ ਵੱਲੋਂ 3 ਦਿਨਾਂ ਜਿਹੜਾ ਹੈਗਾ ਹੜਤਾਲ ਸ਼ੁਰੂ ਕੀਤੀ ਹੈ, ਅੰਦੋਲਨ ਕੀਤਾ ਜਾ ਰਿਹਾ, ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਉਹਨਾਂ ਦੇ ਮੁੱਖ ਮੁੱਦੇ ਕਿਹੜੇ-ਕਿਹੜੇ ਰਹਿ ਰਹੇ ਨੇ?
ਔਰ ਕਾਫੀ ਲੰਮੇ ਸਮੇਂ ਬਾਅਦ ਜਿਵੇਂ ਕਿਸਾਨਾਂ ਦੀਆਂ 32 ਪੰਜਾਬ 'ਚੋਂ ਜਥੇਬੰਦੀਆਂ ਨੇ ਇੱਕ ਸਾਂਝਾ ਅੰਦੋਲਨ ਸ਼ੁਰੂ ਕੀਤਾ ਸੀ ਜੀ ਤੇ ਉਹ ਦੇਸ਼ ਵਿਆਪੀ ਅੰਦੋਲਨ ਹੋਰ ਨਿਬੜਿਆ ਬਾਅਦ ਦੇ ਵਿੱਚ। ਹਾਲਾਂਕਿ ਕਿਹਾ ਉਹਨੂੰ ਕਿਸਾਨ ਮਜ਼ਦੂਰ ਏਕਤਾ ਦਾ ਅੰਦੋਲਨ ਵੀ ਜਾਂਦਾ ਹੈ, ਪਰ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਨੇ ਮਿਲ ਕੇ ਇੱਕ ਇਹ ਅੰਦੋਲਨ ਸ਼ੁਰੂ ਕੀਤਾ। ਅੱਜ ਦੂਜਾ ਦਿਨ ਹੈ ਉਹਦਾ। ਪਹਿਲਾਂ ਤਾਂ ਉਹਨਾਂ ਤੇ ਮੰਗਾਂ ਕੀ ਹੋਣਗੀਆਂ ਉਹਦਾ ਇੱਕ ਮੰਗ ਚਾਰਟਰ ਬਣਾਇਆ, ਫਿਰ ਇੱਕ ਸੰਘ ਦਾ 3 ਦਿਨਾਂ ਦਾ ਅੰਦੋਲਨ ਸ਼ੁਰੂ ਕੀਤਾ। ਔਰ ਮਜ਼ਦੂਰਾਂ ਕੋਲ ਅੰਦੋਲਨ ਲੜਨ ਲਈ ਵੀ ਜਿੰਨੇ ਸਾਧਨ ਹੋਣੇ ਚਾਹੀਦੇ ਨੇ ਉਹ ਸਾਧਨਾਂ ਦੀ ਵੀ ਕਮੀ ਹੁੰਦੀ ਹੈ, ਬੜੀਆਂ ਚੀਜ਼ਾਂ ਹੁੰਦੀਆਂ ਨੇ। ਔਰ ਦੂਜੀ ਗੱਲ ਉਹਨਾਂ 'ਚੋਂ ਲੀਡਰਸ਼ਿਪ ਪੈਦਾ ਹੋਣੀ ਵੀ, ਕਿਉਂਕਿ ਕੰਮ ਛੱਡ ਕੇ ਲੀਡਰੀ ਹੁੰਦੀ ਹੈ ਨਾਰਮਲੀ, ਅਤੇ ਉਹ ਸਾਧਨ ਨਾ ਹੋਣ ਕਰਕੇ ਉਹ ਸਮੱਸਿਆ ਵੀ ਆਉਂਦੀ ਹੈ। ਪਰ ਇਹਦੇ ਬਾਵਜੂਦ ਮਜ਼ਦੂਰਾਂ ਨੇ ਫੈਸਲਾ ਕੀਤਾ ਕਿ ਅਸੀਂ ਆਪਣਾ ਕੁਝ ਮੁੱਦੇ ਜਿਹੜੇ ਫੋਕਸ ਕਰਨੇ ਨੇ। ਇਹ ਪਟਿਆਲੇ ਦੇ ਵਿੱਚ ਜਿਹੜਾ ਇੱਕ ਲਗਾਤਾਰ ਧਰਨਾ 3 ਦਿਨ ਦਾ ਅੱਜ ਦੂਜਾ ਦਿਨ ਹੈ, ਉਹਦੇ 'ਚ ਸਾਰੀਆਂ ਮੰਗਾਂ, ਜੇ ਮੰਗਾਂ ਦੇਖੋ ਕਿੱਡੀਆਂ ਮੁੱਢਲੀਆਂ ਮੰਗਾਂ ਨੇ, ਮਤਲਬ ਸਾਡੀ ਸਿਆਸਤ ਨੂੰ, ਸਾਡੀ ਬਿਊਰੋਕਰੇਸੀ ਨੂੰ, ਸਾਡੇ ਪ੍ਰਬੰਧਕਾਂ ਨੂੰ ਸੰਗ ਆਉਣੀ ਚਾਹੀਦੀ ਹੈ, ਸ਼ਰਮ ਆਉਣੀ ਚਾਹੀਦੀ ਹੈ ਵੀ ਅਜੇ ਵੀ ਅਸੀਂ ਉਹਨਾਂ ਮੰਗਾਂ ਦੀ ਗੱਲ 'ਤੇ ਖੜ੍ਹੇ ਹਾਂ। ਮੰਗਾਂ ਕੀ ਨੇ? ਬੇਘਰੇ ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਦੇਣੇ ਜੀ, ਹੈ ਨਾ। ਕਿੰਨੇ ਬੇਘਰੇ ਹੋਣਗੇ ਜਿਹੜੇ ਉਹ ਨੇ, ਜਾਂ ਜਿਹਦੇ ਕੋਲ ਪੈਸਾ ਹੈ ਨਹੀਂ, ਬੇਘਰਾ ਤਾਂ ਹੈ, ਜੇ ਇਕੱਲਾ ਪਲਾਟ ਵੀ ਤੁਸੀਂ ਦੇ ਦਿਓਗੇ ਉਹਦੇ ਕੋਲ ਪੈਸੇ ਪਾਉਣ ਨੂੰ ਹੀ ਨਹੀਂ, ਜਿੰਨਾ ਮਹਿੰਗਾ ਪੈਂਦਾ ਉਹ ਜਿਹੇ ਰੇਤ ਮਾਫੀਆ ਨੇ ਰੇਤ ਜਿੰਨਾ ਮਹਿੰਗਾ ਕਰਤਾ, ਇੱਟਾਂ ਜਿੰਨੀਆਂ ਮਹਿੰਗੀਆਂ ਹੋ ਗਈਆਂ, ਬਾਕੀ ਚੀਜ਼ਾਂ ਤਾਂ ਉਹ ਪਾਊਗਾ ਕਿੱਥੋਂ? ਜੀ। ਤਾਂ ਬੇਘਰਿਆਂ ਨੂੰ ਘੱਟੋ ਘੱਟ ਉਹ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਜਿਸ ਲੈਵਲ 'ਤੇ, ਉਹਦੇ 'ਚੋਂ ਕੋਈ ਉਹ ਵੀ ਦਿਓਗੇ ਨਾਲ। ਮੈਨੂੰ ਲੱਗਦਾ ਦੋਨੋਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ। ਜੀ। 5 ਮਰਲੇ ਦੀ ਸਕੀਮ ਹੈ ਗੌਰਮੈਂਟ ਦੀ, ਪਰ ਉਹ ਇਹਦਾ ਮਤਲਬ ਲਾਗੂ ਨਹੀਂ ਹੋ ਰਹੀ ਜੇ ਮੰਗ ਅਜੇ ਵੀ ਉਸ ਲੈਵਲ 'ਤੇ ਖੜੀ ਹੋਈ ਹੈ ਜਿਹੜੀ ਹੈ। ਅਤੇ ਨਾਲ ਉਹ ਪਲਾਟ ਦਿਓ ਅਤੇ ਨਾਲ ਦੀ ਨਾਲ ਉਹ ਆਵਾਸ ਯੋਜਨਾ ਵਾਲਾ ਪੈਸੇ ਦੀ ਗਰੰਟ ਵੀ ਦਿਓ, ਤਾਂ ਜ਼ਿਆਦਾ ਮਤਲਬ ਕਿਸੇ ਨੂੰ ਥੋੜ੍ਹਾ ਬਹੁਤ ਫਾਇਦਾ ਰਾਹਤ ਹੋ ਸਕਦੀ ਹੈ। ਅਤੇ ਇਹਦੇ ਤੋਂ ਇਲਾਵਾ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਾਲੀ ਗੱਲ ਹੈ, ਉਹ ਤਾਂ ਕਰਜ਼ਾ ਬਹੁਤਾ ਹੈ ਵੀ ਨਹੀਂ ਹੈ ਜੀ, ਕਿਉਂਕਿ ਉਹਨਾਂ ਨੂੰ ਦਿੱਤਾ ਹੀ ਘੱਟ ਜਾਂਦਾ। ਥੋੜ੍ਹਾ ਬਹੁਤ ਸਰਕਾਰ ਨੇ ਹੁਣ ਕੀਤਾ ਪਿੱਛੇ, ਜਿਹੜਾ ਉਹ 590 ਕਰੋੜ ਵਾਲਾ ਜਿਹੜਾ ਮਾਮਲਾ ਸੀ ਕਿ ਅਸੀਂ ਜੀ ਉਹ ਮਾਫ ਕਰਦਾ, ਉਹਦਾ ਕੋਆਪਰੇਟਿਵ ਸੁਸਾਇਟੀਆਂ ਨੂੰ ਫਾਇਦਾ ਹੋ ਜਾਊਗਾ, ਕਿਉਂਕਿ ਉਹ ਵੀ ਭਰਿਆ ਹੀ ਨਹੀਂ ਗਿਆ ਮਜ਼ਦੂਰਾਂ ਨੇ, ਉਦੋਂ ਤੋਂ ਜਦ ਤੋਂ ਦਿੱਤਾ ਗਿਆ ਸੀ ਭਰਿਆ ਨਹੀਂ ਆ, ਡੰਪ ਹੋ ਗਈਆਂ ਸੀ ਸੁਸਾਇਟੀਆਂ। ਜੀ। ਅਤੇ ਉਹਦਾ ਫਾਇਦਾ ਮਜ਼ਦੂਰਾਂ ਨੂੰ ਤਾਂ ਹੈ ਉਸ ਕਰਜ਼ੇ ਦਾ, ਜੇ ਇਸ ਤੋਂ ਬਾਅਦ ਉਹਨਾਂ ਹੀ ਸੁਸਾਇਟੀਆਂ ਤੋਂ ਕਰਜ਼ਾ ਦੇਣ ਦਾ ਹੱਕ ਬਹਾਲ ਕੀਤਾ ਜਾਂਦਾ। ਜੇ ਉਹ ਡਿਫਾਲਟਿੰਗ ਉਸੇ ਤਰੀਕੇ ਨਾਲ ਰਹਿੰਦੇ ਨੇ, ਨਵਾਂ ਨਹੀਂ ਮਿਲਣਾ, ਤਾਂ ਮਜ਼ਦੂਰ ਨੂੰ ਫਿਰ ਕੀ ਫਾਇਦਾ ਹੋਇਆ? ਉਹ ਵੀ ਇੱਕ ਗੱਲ ਉਸ ਲੈਵਲ 'ਤੇ ਕਰਨ ਵਾਲੀ ਹੈ। ਜਿਹੜਾ ਪ੍ਰਾਈਵੇਟ ਕਰਜ਼ਾ ਵੀ ਹੈ, ਅਤੇ ਤੁਸੀਂ ਵੱਧ ਤੋਂ ਵੱਧ ਇਹ ਕਰਾ ਸਕਦੇ ਹੋ ਵੀ ਅਸੀਂ ਕਿੱਥੋਂ ਲਈਏ ਜੀ, ਕਿਹਨੂੰ ਕਹੀਏ, ਉਹਨਾਂ ਨੂੰ ਲਿਖ ਕੇ ਕੋਈ ਨਹੀਂ ਦੇਗਾ ਜਿਹਨੇ ਲੈ ਕੇ ਦਿੱਤਾ, ਕਿਉਂਕਿ ਉਹਨੂੰ ਲੱਗਦਾ ਵੀ ਮੈਂ ਕਿਉਂ ਕਹੂੰਗਾ, ਮੈਂ ਐਕਸਪੋਜ਼ ਹੋ ਜਾਊਂਗਾ, ਮੈਨੂੰ ਕਹਿਣਗੇ ਵਿਆਜ ਲੈ ਰਹੇ ਹੈ, ਮੈਨੂੰ ਕਹਿਣਗੇ ਇਹ ਹੈ। ਤਾਂ ਤੁਸੀਂ ਇੱਕ ਕੰਮ ਕਰਾ ਸਕਦੇ ਹੋ, ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਇਹ ਹੱਕ ਦੇ ਸਕਦੇ ਹੋ, ਇਕੱਠੇ ਹੋਣ ਸਾਰੇ, ਬਿਲਕੁਲ ਇਕੱਠੇ ਹੋ ਕੇ ਉਹਦੇ 'ਚ ਮਤਾ ਪਾ ਕੇ, ਜਿਹੜਾ ਬੰਦਾ ਕਹਿੰਦਾ ਮੇਰੇ ਸਿਰ ਇੰਨਾ ਕਰਜ਼ਾ, ਸਾਰੇ ਲੋਕ ਪ੍ਰਵਾਨ ਕਰਦੇ ਨੇ ਸਾਰੇ, ਉਹਦਾ ਇੱਕ ਤਰੀਕਾ ਹੋ ਸਕਦਾ ਮਤੇ ਪਵਾ ਕੇ ਤੁਸੀਂ ਕਰਜ਼ਾ ਮਾਫ ਕਰਦੇ ਹੋ। ਜਨਤਕ ਤੌਰ 'ਤੇ ਝੂਠ ਬੋਲਣਾ ਬਹੁਤ ਔਖਾ ਕੰਮ ਹੁੰਦਾ, ਜਨਤਕ ਤੌਰ 'ਤੇ ਤੁਸੀਂ ਇਹ ਗੱਲ ਪ੍ਰਵਾਨ ਕਰ ਲਓ, ਕੋਈ ਵੀ ਤਰੀਕਾ ਬਣਾ ਲਓ, ਅਤੇ ਉਹ ਕਰਜ਼ਾ ਮਾਫੀ ਦੇ ਜਿਹੜੇ ਇੱਕ ਕੁਐਸਚਨ ਉਸ ਰੂਪ ਦੇ ਵਿੱਚ ਦੇ। ਅਤੇ ਇਹੀ ਸਵਾਲ ਅਗਲੇ ਜਿਹੜੇ ਉਹਨਾਂ ਦੇ ਰੋਜੀ ਰੋਟੀ ਦੇ ਨਾਲ ਸੰਬੰਧਿਤ ਨੇ, ਕੋਈ ਪਰਮਾਨੈਂਟ ਰੁਜ਼ਗਾਰ ਦੀ ਗਰੰਟੀ ਹੋਵੇ, ਕਿਉਂਕਿ ਜਿਹੜਾ ਬੰਦਾ ਹੈਂਡ ਟੂ ਮਾਊਥ ਹੈ, ਜਿਹਦੇ ਕੋਲ ਰੁਜ਼ਗਾਰ ਨਹੀਂ ਹੈ, ਤਾਂ ਉਹ ਕਿਵੇਂ ਜ਼ਿੰਦਗੀ ਜਿਊਗਾ? ਇਹ ਜ਼ਿੰਦਗੀ ਨਾਲ ਜੁੜੀ ਹੋਈ ਚੀਜ਼ ਹੈ। ਜੇ ਰੁਜ਼ਗਾਰ ਨਾ ਦੇ ਕੇ ਤੁਸੀਂ ਉਹਨੂੰ ਜ਼ਿੰਦਗੀ ਤੋਂ ਮਹਿਰੂਮ ਕਰ ਰਹੇ ਹੋ ਕਿ ਤੇਰੀ ਜ਼ਿੰਦਗੀ ਕਿਹੋ ਜਿਹੀ ਹੈ, ਕਿਹੋ ਜਿਹੀ ਨਹੀਂ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਅਤੇ ਇਸੇ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਜੁੜਦੀ ਹੈ ਕਿ ਜੇ ਤੁਸੀਂ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਬੇਰੁਜ਼ਗਾਰੀ ਭੱਤਾ ਦਿਓ, ਜ਼ਿੰਦਗੀ ਜਿਉਣ ਦੇ ਲਾਇਕ। ਜੀ। ਬੁਢਾਪਾ ਵਿਧਵਾ ਪੈਨਸ਼ਨਾਂ ਜਿਹੜੀਆਂ ਨੇ, ਜੇ ਮਜ਼ਦੂਰ ਤਬਕਾ ਜਿੰਨਾ ਵੀ ਹੈ ਉਹਨੂੰ ਉਹ ਦਿਓ। ਔਰ ਤੁਸੀਂ ਇੱਕ ਆਪ ਫੈਸਲਾ ਕੀਤਾ ਹੋਇਆ ਸੀਗਾ ਕਿ 18,000 ਰੁਪਈਏ ਜਿਹੜੇ ਨੇ ਉਹ ਘੱਟੋ ਘੱਟ 5 ਮੈਂਬਰਾਂ ਦੇ ਪਰਿਵਾਰ ਨੂੰ ਜ਼ਿੰਦਗੀ ਜਿਉਣ ਲਈ ਚਾਹੀਦੇ ਨੇ, ਇੱਕ ਅੰਕੜਾ ਦਿੱਤਾ ਗਿਆ ਗੌਰਮੈਂਟ ਨੇ। ਅਤੇ ਉਹ ਜਿਹੜੇ 18,000 ਰੁਪਏ ਪਰ ਮਹੀਨੇ ਦੀ ਗਰੰਟੀ ਕਰ ਦਿਓ ਘੱਟੋ ਘੱਟ ਇਨਕਮ ਦੀ। ਜਿਹੜੇ ਸੋਰਸਾਂ ਦੇ ਕੋਲ ਜਿੱਥੋਂ ਵੀ ਆਉਂਦਾ ਹੈ ਉਹਨੇ ਉਹਦੇ 'ਚੋਂ ਕੱਟ ਲਓ, ਅਤੇ ਬਾਕੀ ਦੇ ਪੈਸੇ ਤੁਸੀਂ ਦੀ ਗਰੰਟੀ ਸਾਰੇ ਵਰਗਾਂ ਨੂੰ ਕਰ ਦਿਓ, ਚ ਮਜ਼ਦੂਰ ਹੋਏ, ਕਾਰੀਗਰ ਹੋ, ਜੋ ਵੀ ਹੋਏ, ਜਿਹਦੀ ਆਮਦਨ 18,000 ਤੋਂ ਘੱਟ ਹੈ। ਇੱਕ ਯੂਨੀਵਰਸਲ ਇਨਕਮ ਦਾ ਵੀ ਇੱਕ ਪ੍ਰੋਸੈਸ ਹੈ, ਸਰਵ ਵਿਆਪਕ ਆਮਦਨ ਦਾ ਜਿਹੜਾ ਇੱਕ ਸਵਾਲ ਹੈ ਉਹ ਦਿਓ। ਅਤੇ ਜੇ ਉਸ ਰੂਪ ਦੇ ਵਿੱਚ ਆਮਦਨ ਨਹੀਂ ਦਿੰਦੇ ਤਾਂ ਜਿਹੜੀਆਂ ਪੈਨਸ਼ਨਾਂ ਦਿੰਦੇ ਹੋ, ਇਹਦਾ ਕੋਈ ਤਰੀਕਾਕਾਰ ਤਾਂ ਹੋਣਾ ਚਾਹੀਦਾ। ਜਿਵੇਂ ਸਰਕਾਰੀ ਮੁਲਾਜ਼ਮ ਹੈ, ਸਰਕਾਰੀ ਮੁਲਾਜ਼ਮ ਨੂੰ ਜਿਹੜੀ ਲਾਸਟ 'ਚ ਉਹਨੂੰ ਤਨਖਾਹ ਮਿਲਦੀ ਹੈ ਉਹਦਾ ਅੱਧਾ ਪੈਨਸ਼ਨ ਮਿਲਦਾ, 50% ਹੈ। ਬਿਲਕੁਲ। ਤਾਂ ਜੇ ਮਜ਼ਦੂਰਾਂ ਨੂੰ ਅਤੇ ਆਮ ਗਰੀਬ ਲੋਕਾਂ ਨੂੰ, ਜਿਹੜੇ ਗੈਰ ਸੰਗਠਿਤ ਖੇਤਰ ਦੇ ਲੋਕ ਨੇ, ਇਹ ਸਾਰਾ ਜਿਹੜਾ ਬਹੁਤਾ ਮਾਲ ਹੈ ਉਹ ਸੰਗਠਿਤ ਖੇਤਰ ਦੇ ਲੋਕਾਂ ਦੇ ਪੱਲੇ ਚਲਾ ਜਾਂਦਾ, ਜਿਹੜੇ ਗੈਰ ਸੰਗਠਿਤ ਨੇ ਉਹ ਰਹਿ ਜਾਂਦੇ ਨੇ, ਹਾਲਾਂਕਿ ਉਹ ਵੱਡੀ ਗਿਣਤੀ ਹੈ। ਤਾਂ ਤੁਸੀਂ ਕੋਈ ਪੈਮਾਨਾ ਅਪਣਾਓ। ਪੈਮਾਨਾ ਕੀ ਹੈ? ਪੈਮਾਨਾ ਇਹ ਹੋ ਸਕਦਾ ਵੀ ਜੋ ਤੁਹਾਡਾ ਘੱਟੋ ਘੱਟ ਉਜਰਤ ਦਾ ਕਾਨੂੰਨ ਕਹਿੰਦਾ ਹੈ। ਜੀ। ਮੰਨ ਲਓ 9,000 ਰੁਪਈਆ ਮਹੀਨਾ ਤੁਸੀਂ ਕਹਿੰਦੇ ਹੋ ਵੀ ਇੰਨੀ ਤਾਂ ਆਮਦਨ ਹੋਣੀ ਓ ਚਾਹੀਦੀ ਹੈ, ਤੁਹਾਡਾ ਕਾਨੂੰਨ ਹੁਣ ਵੀ ਇਹ ਕਹਿ ਰਿਹਾ, ਤਾਂ ਪੈਨਸ਼ਨ 50% ਤਾਂ ਕਰੋ ਉਹਦੀ, 4,500 ਦਿਓ। ਬਿਲਕੁਲ।
ਉਹਦਾ ਕੋਈ ਪੈਮਾਨਾ ਤਾਂ ਹੋਏ, ਜਿਹੜਾ ਬੰਦੇ ਨੇ ਇੱਥੇ ਕੰਮ ਕੀਤਾ ਉਹਨੇ ਵੀ ਸੂਬੇ ਲਈ, ਦੇਸ਼ ਲਈ, ਲੋਕਾਂ ਲਈ ਕੰਮ ਕੀਤਾ, ਕਿਸੇ ਨੇ ਦਿਹਾੜੀ ਦੇ ਰੂਪ 'ਚ, ਕਿਸੇ ਨੇ ਹੋਰ ਕੰਮ ਦੇ ਰੂਪ 'ਚ, ਕਿਸੇ ਨੇ ਹੋਰ ਕੰਮ ਦੇ ਰੂਪ 'ਚ। ਇਸ ਲਈ ਕੋਈ ਇਨਸਾਨੀ ਪੈਮਾਨਾ ਤਾਂ ਤੁਹਾਨੂੰ ਅਪਣਾਉਣਾ ਪਏਗਾ। ਇਹ ਸਾਰੇ ਜ਼ਿੰਦਗੀ ਦੀ ਹੋਂਦ ਦੇ ਮੁੱਦੇ ਨੇ, ਔਰ ਹੋਂਦ ਦੇ ਮੁੱਦਿਆਂ ਲਈ ਇਹ ਧਰਨਾ ਲਗਾਤਾਰ ਜਿਹੜਾ ਚੱਲ ਰਿਹਾ, ਔਰ ਇਹ ਇਕੱਠੀ ਆਵਾਜ਼ ਜਿਹੜੀ ਉੱਠ ਰਹੀ ਹੈ, ਆਟੋਮੈਟਿਕਲੀ ਇਹ ਆਵਾਜ਼ ਵੀ ਹੌਲੀ ਹੌਲੀ ਇੱਕ ਤਾਕਤ ਬਣੂਗੀ। ਔਰ ਉਹ ਤਾਕਤ ਮਤਲਬ ਜਮਹੂਰੀਅਤ ਦੇ ਰਾਹੀਂ ਚੁਣੇ ਗਏ ਬੰਦਿਆਂ ਨੂੰ ਵੀ ਬਿਊਰੋਕਰੇਸੀ ਨੂੰ ਜਵਾਬਦੇਹ ਬਣਾਉਣ ਵੱਲ ਕਦਮ ਹੈ। ਇਹ ਤੋਂ ਬਿਨਾਂ ਹੋਰ ਕੋਈ ਤਰੀਕਾ ਹੈ ਨਹੀਂ ਹੈ ਜਵਾਬਦੇਹ ਬਣਾਉਣ ਲਈ ਪ੍ਰਸ਼ਾਸਨ ਜਾਂ ਬਾਕੀ ਨੂੰ। ਜੀ ਹਮੀਰ ਜੀ, ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮਜ਼ਦੂਰ ਜਿਹੜੇ ਆ ਸਾਂਝੇ ਤੌਰ 'ਤੇ ਐਡਾ ਵੱਡਾ ਅੰਦੋਲਨ ਚਲਾ ਰਹੇ ਨੇ, ਅੰਦੋਲਨ 'ਚ ਹਿੱਸਾ ਲੈ ਰਹੇ ਨੇ, ਅਤੇ ਹੁਣ ਮਜ਼ਦੂਰ ਵਰਗ ਜਿਹੜਾ ਹੈਗਾ ਅੰਦੋਲਨ 3 ਦਿਨਾਂ ਅੰਦੋਲਨ ਕਰਨ ਜਾ ਰਿਹਾ। ਅਸੀਂ ਕਿਸਾਨ ਅਤੇ ਮਜ਼ਦੂਰਾਂ ਦੀ ਜਿਹੜੀ ਇਹ ਸਾਂਝ ਨੂੰ ਕਿਵੇਂ ਦੇਖ ਰਹੇ? ਉਹਦੇ 'ਚ ਇਹੀ ਹੈ ਕਿ ਜਿਹੜੇ ਖੇਤੀ ਦੇ ਕਾਨੂੰਨ ਨੇ, ਕਿਉਂਕਿ ਖਾਸ ਤੌਰ 'ਤੇ ਵੈਸੇ ਤਾਂ ਸਮੁੱਚੇ ਸਮਾਜ ਨਾਲ ਸੰਬੰਧਿਤ ਨੇ, ਇਕੱਲੀ ਕਿਸਾਨੀ ਨਾਲ ਨਹੀਂ। ਦੂਜੀ ਗੱਲ, ਖੇਤ ਮਜ਼ਦੂਰ ਤਾਂ ਹੈ ਹੀ, ਉਹਦੇ 'ਤੇ ਨਿਰਭਰ ਹੈ, ਉਹਦੇ ਨਾਲ ਤਾਂ ਹੈਗੇ ਹੀ ਨੇ। ਜੀ। ਅਤੇ ਇੱਕ ਤਾਂ ਓਵਰਆਲ ਜਿਹੜੀ ਵਿਆਖਿਆ ਇਹਨਾਂ ਕਾਨੂੰਨਾਂ ਦੀ, ਘੱਟੋ ਘੱਟ ਉਹ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਦਾ ਸਵਾਲ ਹੈ। ਉਹ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਜੇਕਰ ਲਾਗੂ ਹੋ ਜਾਂਦਾ ਹੈ, ਬੇਰੋਕ ਜਿਹੜੀ ਸਟੋਰੇਜ ਦੀ ਤੁਸੀਂ ਇਜਾਜ਼ਤ ਦੇ ਦਿੰਦੇ ਹੋ ਜਿਹੜੇ ਬੰਦਿਆਂ ਨੂੰ, ਫਿਰ ਤਾਂ ਭੁੱਖ ਨਾਲ ਮਰਨ ਦੀ ਤਾਦਾਦ ਜਿੰਨੀ ਵੱਧ ਜਾਏਗੀ। ਆਹੀ ਕਰੋਨਾ ਦੇ ਦੌਰਾਨ ਹੀ ਲਗਭਗ 23 ਤੋਂ 25 ਕਰੋੜ ਬੰਦਾ ਗਰੀਬੀ ਦੀ ਰੇਖਾ ਤੋਂ ਹੇਠਾਂ ਚਲਾ ਗਿਆ, ਜਿਹੜਾ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਚੁੱਕਿਆ ਹੈ। ਬਹੁਤ ਵੱਡਾ ਕੁਐਸਚਨ ਹੈ ਇਹ ਕਿ ਉਹ ਕਿਵੇਂ ਜ਼ਿੰਦਗੀ ਜਿਊਗਾ। ਅਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਜੁੜਿਆ ਹੋਇਆ ਸਵਾਲ ਹੈ, ਜੇ APMC ਮੰਡੀ ਖਤਮ ਹੁੰਦੀ ਹੈ ਤਾਂ ਲਗਭਗ 2.5-3 ਲੱਖ ਬੰਦਾ ਜਿਹੜਾ ਮੰਡੀਆਂ ਦੇ ਵਿੱਚ ਕੰਮ ਕਰਦਾ, ਤੋਲੇ ਦੇ ਤੌਰ 'ਤੇ, ਧਾਨਕ ਦੇ ਤੌਰ 'ਤੇ, ਪੱਲੇਦਾਰ ਦੇ ਤੌਰ 'ਤੇ, ਵੱਖ-ਵੱਖ ਟਾਈਪ ਦੇ ਜਿਹੜੇ ਸਵੀਪਰ ਦੇ ਤੌਰ 'ਤੇ, ਉਹ ਰੁਜ਼ਗਾਰ ਵੀ ਚਲਾ ਜਾਊਗਾ। ਉਹਦੇ ਨਾਲ ਜੁੜੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਸਾਰੀਆਂ ਸਾਡੇ ਸਾਹਮਣੇ ਨੇ, ਉਹ ਜਿਹੜੇ ਇੱਕ ਤਾਂ ਉਹ ਕਾਨੂੰਨ ਸਭ ਦੇ ਨੇ, ਪਰ ਫਿਰ ਵੀ ਇਹਦੇ ਬਾਵਜੂਦ ਮੇਰਾ ਖਿਆਲ ਹੈ ਕਿ ਅਜੇ ਤੱਕ ਉਹ ਪ੍ਰਚਾਰ ਜਿਹੜਾ ਮਜ਼ਦੂਰਾਂ ਤੱਕ ਉਸ ਰੂਪ 'ਚ ਨਹੀਂ ਗਿਆ ਜਿਸ ਰੂਪ ਦੇ ਵਿੱਚ ਜਾਣਾ ਚਾਹੀਦਾ ਸੀ ਕਿਸੇ ਨਾ ਕਿਸੇ ਰੂਪ 'ਚ। ਚਾਹੇ ਇੱਕ ਚੰਗੀ ਗੱਲ ਹੈ ਕਿ ਉੱਥੇ ਕਿਸਾਨ ਮੋਰਚੇ ਦੇ ਬੈਨਰ ਵੀ ਸਾਰੇ ਕਿਸਾਨ ਮਜ਼ਦੂਰ ਮੋਰਚੇ ਦੇ ਰੂਪ ਦੇ ਵਿੱਚ ਲੱਗੇ ਹੋਏ ਨੇ। ਇੱਕ ਤਾਂ ਉਹ ਪ੍ਰਚਾਰ ਨਹੀਂ ਗਿਆ, ਦੂਜਾ ਅਜੇ ਵੀ ਪਿੰਡਾਂ ਦੇ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਲਗਾਤਾਰ ਟਕਰਾਅ ਨੇ। ਜਾਤ ਦਾ ਕੁਐਸਚਨ ਵੀ ਉਹਦੇ ਵਿੱਚ ਖੜ੍ਹਾ ਹੈ, ਅਤੇ ਬਾਕੀ ਦੇ ਸਵਾਲ ਵੀ ਜਿਹੜੇ ਸਾਧਨਾਂ ਦੇ ਵਿੱਚ ਕਬਜ਼ਾ, ਜਿਵੇਂ ਸ਼ਾਮਲਾਟ ਜ਼ਮੀਨ 'ਤੇ ਤੀਜੇ ਹਿੱਸੇ ਦਾ ਕਾਨੂੰਨ ਬਣਿਆ ਹੋਇਆ ਕਿ ਉਹ ਦਲਿਤਾਂ ਦਾ, ਜੇ ਕੋਈ ਉਹ ਵੀ ਮੰਗਦਾ ਤਾਂ ਉੱਥੇ ਵੀ ਲੜਾਈ ਪੈਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਅਜੇ ਵੀ ਕੁਝ ਪਿੰਡਾਂ ਦੇ ਵਿੱਚ ਲੋਕ ਖੜ੍ਹ ਕੇ ਗੁਰਦੁਆਰਿਆਂ 'ਚ ਅਨਾਊਂਸ ਕਰ ਦਿੰਦੇ ਨੇ ਵੀ ਜਿਹਨੇ ਇੱਦੋਂ ਵੱਧ ਰੇਟ ਦਿੱਤਾ ਝੋਨਾ ਲਵਾਈ ਦਾ ਤਾਂ ਅਸੀਂ ਉਹਦਾ ਬਾਈਕਾਟ ਕਰਾਂਗੇ। ਇਹ ਚੀਜ਼ਾਂ ਨੂੰ ਜਿੱਥੇ ਸਰਕਾਰੀ ਤੌਰ 'ਤੇ ਇੱਕ ਚੈਲੰਜ ਦਾ ਕੁਐਸਚਨ ਹੈ, ਉੱਥੇ ਸਮਾਜਿਕ ਤੌਰ 'ਤੇ ਵੀ ਸੁਧਾਰਨੀਆਂ ਪੈਣਗੀਆਂ। ਸਮਾਜਿਕ ਬਰਾਬਰੀ ਦਾ ਜਿਹੜਾ ਸਵਾਲ ਹੈ ਉਹ ਬਹੁਤ ਵੱਡਾ ਸਵਾਲ ਹੈ। ਪਰ ਜਿਹੜਾ ਇਹ ਪਟਿਆਲੇ ਦਾ ਇੱਕ ਅੰਦੋਲਨ ਹੋ ਰਿਹਾ, ਇੱਥੇ ਇੱਕ ਗੱਲ ਹਾਂ ਪੱਖੀ ਹੋ ਰਹੀ ਹੈ, ਔਰ ਉਹ ਹਾਂ ਪੱਖੀ ਗੱਲ ਨੂੰ ਹੋਰ ਵਧਾਉਣ ਦੀ ਲੋੜ ਹੈ ਵੱਡੇ ਪੱਧਰ ਦੇ ਉੱਤੇ। ਸਾਰੀਆਂ ਜਥੇਬੰਦੀਆਂ ਨੂੰ ਉਸ ਪਾਸੇ ਵੱਲ ਚੱਲਣ ਦੀ ਲੋੜ ਹੈ ਕਿ ਜਿਹੜੇ ਵੀ ਮਜ਼ਦੂਰ ਬੈਠੇ ਨੇ ਤਾਂ ਉਹਦਾ ਇੱਕ ਹਿੱਸਾ ਰੋਟੀ ਦਾ, ਲੰਗਰ ਦਾ ਸਾਰਾ ਕੁਝ ਹੈ ਉਹ BKJ ਉਗਰਾਹਾਂ ਦਾ ਜਿਹੜੇ ਵਰਕਰ ਨੇ, ਐਕਟਿਵਿਸਟ ਨੇ, ਉਹ ਕਰ ਰਹੇ ਨੇ। ਔਰ ਜਦੋਂ ਕਿਸਾਨੀ ਉਸ ਲੈਵਲ 'ਤੇ ਸਪੋਰਟ ਕਰਦੀ ਹੈ ਕਿ ਉਹ ਲੰਗਰ ਬਣਾ ਰਹੀ ਹੈ ਮਜ਼ਦੂਰਾਂ ਦੇ ਵਾਸਤੇ, ਤਾਂ ਇੱਕ ਤਾਂ ਜਾਤ ਦਾ ਹੰਕਾਰ ਥੋੜ੍ਹਾ ਜਿਹਾ ਮੱਧਮ ਹੁੰਦਾ ਹੈ ਨਾ, ਇੱਕਦਾਰੀ। ਔਰ ਲੰਗਰ ਦੀ ਧਾਰਨਾ ਹੀ ਅਸਲ 'ਚ ਖੂਬਸੂਰਤ ਧਾਰਨਾ ਹੈ। ਲੰਗਰ, ਸੰਗਤ, ਪੰਗਤ ਸਿੱਖੀ ਦਾ ਬਹੁਤ ਮਹੱਤਵਪੂਰਨ ਅਸੂਲ ਹੈ ਇਹ, ਬਰਾਬਰੀ ਦੇ ਆਧਾਰ 'ਤੇ। ਲੰਗਰ ਦਾ ਮਤਲਬ ਹੈ ਉਹ ਸਰਬੱਤ ਦਾ ਹੈ, ਉਹ ਸਭ ਲਈ ਹੈ। ਈਵਨ ਅੰਦੋਲਨ ਵਾਲੇ ਵੀ ਨਹੀਂ, ਜੇ ਹੋਰ ਵੀ ਬਾਹਰੋਂ ਆ ਕੇ ਕਹੇ ਉਹ ਜਵਾਬ ਨਹੀਂ ਦੇ ਸਕਦੇ ਨਾ, ਸਾਰਿਆਂ ਨੂੰ ਹੀ ਉਹ ਵਰਤਾਉਣਾ ਹੀ ਪਏਗਾ। ਦੂਜੀ ਗੱਲ, ਉਹਦੇ ਵਰਤਣ ਦਾ ਕੋਈ ਉੱਚਾ ਨੀਚਾ ਨਹੀਂ ਹੈ, ਉਹ ਲਾਈਨ 'ਚ ਉਵੇਂ ਹੀ ਬੈਠਣਾ ਪਊਗਾ, ਸਭ ਨੂੰ ਬਰਾਬਰੀ, ਕੋਈ ਵੱਡਾ ਆ ਜੇ ਕੋਈ ਛੋਟਾ ਆ ਜੇ, ਅਤੇ ਉਸੇ ਤਰੀਕੇ ਦੇ ਨਾਲ ਤੁਹਾਨੂੰ ਚੱਲਣਾ ਪਏਗਾ। ਇਹ ਜਿਹੜਾ ਸਾਡਾ ਵਿਰਸਾ ਹੈ, ਇਸ ਵਿਰਸੇ ਨੂੰ ਜੇਕਰ ਉਤਾਰ ਦਿੱਤਾ ਜਾਏ ਜ਼ਮੀਨ 'ਤੇ, ਤਾਂ ਜਿਹੜੀ ਜਾਤ ਪ੍ਰਥਾ ਦਾ ਕੁਐਸਚਨ ਬਚਿਆ ਹੋਇਆ ਹੈ, ਜਾਂ ਜਿਹੜਾ ਇੱਕ ਗੈਰ ਬਰਾਬਰੀ ਦਾ ਇਸ ਰੂਪ ਦੇ ਵਿੱਚ ਬਚਿਆ ਹੋਇਆ ਹੈ, ਉਹ ਕਾਫੀ ਨੇੜੇ ਲੱਗੂਗਾ। ਜਦੋਂ ਨੇੜੇ ਲੱਗਦਾ ਹੈ ਤਾਂ ਇੱਕ ਬਹੁਤ ਵੱਡਾ ਭਾਈਚਾਰਾ ਕਿਸਾਨ ਅਤੇ ਮਜ਼ਦੂਰ ਦੀ ਯੂਨਿਟੀ ਹੁੰਦੀ ਹੈ। ਜਦੋਂ ਏਕਾ ਹੋਊਗਾ ਤਾਂ ਕਾਫੀ ਵੱਡਾ ਇਹ ਸਿਆਸੀ ਅਸਰ ਵੀ ਪਾਏਗਾ, ਅਤੇ ਆਰਥਿਕ ਵਿਕਾਸ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਤਾਕਤ ਜਿਹੜੀ ਹੈ ਉਹ ਹੁਕਮਰਾਨਾਂ ਨੂੰ ਜਵਾਬਦੇਹ ਬਣਾ ਸਕਦੀ ਹੈ। ਔਰ ਇਹਦੇ 'ਚੋਂ ਅਲਟਰਨੇਟਿਵ ਦੇ ਬਦਲਵੀਂ ਸਿਆਸਤ ਦਾ ਮੁੱਢ ਵੀ ਬੜੇ ਵੱਡੇ ਰੂਪ ਦੇ ਵਿੱਚ ਵੱਜ ਸਕਦਾ ਹੈ। ਇਸ ਕਰਕੇ ਇਹੀ ਇੱਕ ਤਰੀਕਾਕਾਰ ਹੈ। ਔਰ ਸੰਯੁਕਤ ਮੋਰਚੇ ਨੂੰ ਵੀ ਪੂਰੀ ਤਰ੍ਹਾਂ ਨਿੱਠ ਕੇ ਮੇਰਾ ਖਿਆਲ ਹੈ ਪ੍ਰੋਗਰਾਮ ਦਾ ਇੱਕ ਹਿੱਸਾ, ਜਿਵੇਂ ਉਹ ਜਮਹੂਰੀਅਤ ਨੂੰ ਵੋਟਰ ਵਿਪ ਜਾਰੀ ਕਰਕੇ ਉਹਨਾਂ ਨੇ ਜਮਹੂਰੀਅਤ ਨੂੰ ਵਧਾਇਆ ਬਹੁਤ ਵੱਡੇ ਪੱਧਰ ਦੇ ਉੱਤੇ, ਜਿਵੇਂ ਮਤਵਾਜੀ ਸੰਸਦ ਕਰਕੇ ਜਮਹੂਰੀਅਤ ਨੂੰ ਵਧਾਇਆ ਹੈ, ਜਿਵੇਂ ਹੁਣ ਮੋਦੀ ਗੱਦੀ ਛੱਡੋ ਅਤੇ ਕਾਰਪੋਰੇਟੋ ਖੇਤੀ ਛੱਡੋ ਦਾ ਸਲੋਗਨ ਦਿੱਤਾ ਲੰਮੀ ਲੜਾਈ ਦੇ ਵਾਸਤੇ, ਤਾਂ ਇਹ ਲੰਮੀ ਲੜਾਈ ਲੜਨ ਦੇ ਵਾਸਤੇ ਇਹ ਏਕਾ ਬਹੁਤ ਜ਼ਰੂਰੀ ਹੈ ਦੋਨੋਂ ਧਿਰਾਂ ਦਾ। ਔਰ ਇਸ ਪਾਸੇ ਵੱਲ ਸਮੁੱਚੇ ਲੀਡਰਸ਼ਿਪ ਨੂੰ, ਸਮੁੱਚੇ ਸਮਾਜ ਦੇ ਉਹਨਾਂ ਲੋਕਾਂ ਨੂੰ
ਜਿਹੜੇ ਪੰਜਾਬ ਦਾ, ਦੇਸ਼ ਦਾ, ਦੁਨੀਆ ਦਾ ਭਲਾ ਚਾਹੁੰਦੇ ਨੇ ਜਾਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਨੇ, ਸਭ ਨੂੰ ਆਪੋ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਔਰ ਕਰਨ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।